ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸੁਖਚੈਨ ਸਿੰਘ ਚਾਹਲ ਤਸਵੀਰ ਪੰਜਾਬ ਦੀ ਚੈਨਲ 'ਤੇ ਆਪ ਜੀ ਦਾ ਸਵਾਗਤ ਕਰਦਾ ਹਾਂ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਕਿਸਾਨੀ ਮੋਰਚਾ ਬੜੀ ਜੱਦੋ ਜਹਿਦ ਦੇ ਨਾਲ ਫਤਿਹ ਹੋਇਆ ਹੈ। ਉਸ ਜਥੇ ਦੇ ਸਭ ਤੋਂ ਪਹਿਲੇ ਜਥੇਦਾਰ ਸਰਦਾਰ ਹਰਭਜਨ ਸਿੰਘ ਜੀ ਮਨਸੂਰਵਾਲ ਡੋਨਾ, ਅਸੀਂ ਉਹਨਾਂ ਨੂੰ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਰਦਾਰ ਹਰਭਜਨ ਸਿੰਘ ਜੀ, ਅਸੀਂ ਚੈਨਲ ਪੰਜਾਬ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਧੰਨਵਾਦ ਜੀ ਪੰਜਾਬ ਚੈਨਲ ਦਾ, ਤੁਸੀਂ ਮੇਰੇ ਗ੍ਰਹਿ ਵਿਖੇ ਆਏ ਹੋ। ਬਹੁਤ ਬਹੁਤ ਧੰਨਵਾਦ ਤੁਹਾਡੇ ਚੈਨਲ ਦਾ ਔਰ ਸੰਗਤ ਦਾ। ਸਰਦਾਰ ਜੀ, ਅਸੀਂ ਤੁਹਾਡੇ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਤੁਸੀਂ ਕਿਸਾਨ ਮੋਰਚੇ ਨਾਲ ਕਿਸ ਤਰ੍ਹਾਂ ਜੁੜੇ। ਮੈਂ ਕਾਫੀ ਸਮਾਂ ਬਾਹਰ ਬਤੀਤ ਕਰਨ ਤੋਂ ਬਾਅਦ ਜਦੋਂ 2018 'ਚ ਤਕਰੀਬਨ ਇੱਥੇ ਆਇਆ, ਅਤੇ ਉਸ ਤੋਂ ਬਾਅਦ ਇਹ ਸੰਘਰਸ਼ ਤਕਰੀਬਨ ਥੋੜ੍ਹੇ ਚਾਲੂ ਹੋ ਗਿਆ ਸੀ। ਔਰ ਬਹੁਤ ਸਾਰੀਆਂ ਜਥੇਬੰਦੀਆਂ ਜਿਹੜੀਆਂ ਆਪਣੇ ਆਪਣੇ ਲੈਵਲ ਦੇ ਉੱਤੇ ਰੇਲਵੇ ਸਟੇਸ਼ਨਾਂ ਦੇ ਕੋਲ ਰੇਲਵੇ ਲਾਈਨਾਂ ਰੋਕ ਕੇ ਬੈਠੀਆਂ ਸੀਗੀਆਂ। ਔਰ ਮੈਂ ਦੇਖਦਾ ਸੀ ਕਿ ਕਪੂਰਥਲਾ ਕੋਈ ਖਾਸ ਨਹੀਂ ਸੀ ਕਰ ਰਿਹਾ ਇਸ ਬਾਬਤ, ਔਰ ਕਪੂਰਥਲੇ ਦੇ ਲੋਕ ਬਹੁਤ ਘੱਟ ਇੱਧਰ ਸੀਗੇ। ਅਤੇ ਮਗਰ ਮੇਰਾ ਦਿਲ ਜਿਹੜਾ ਸੀ ਅੰਦਰੋਂ ਉਹ ਚਾਹੁੰਦਾ ਸੀਗਾ ਕਿ ਸਾਡਾ ਸ਼ਹਿਰ ਵੀ ਜਿਹੜਾ ਨਾ ਇਹਦੇ ਵਿੱਚ ਸ਼ਾਮਲ ਹੋਵੇ, ਔਰ ਜਿਹੜਾ ਲੋਕ ਸਮਾਜ ਦੀਆਂ ਗੱਲਾਂ, ਲੋਕ ਸਵਾਲ, ਜਿਹੜੇ ਲੋਕਾਂ ਦੇ ਸਵਾਲ ਹੈ, ਉਹਨਾਂ ਨੂੰ ਪੁਰਜ਼ੋਰ ਦੇ ਨਾਲ ਅੱਗੇ ਜਿਹੜਾ ਉਹ ਚੱਕਿਆ ਜਾਵੇ। ਜਿਹੜੀ ਸਾਡੀ ਲੀਡਰਸ਼ਿਪ ਹੈ ਜੋ ਸਾਡੇ ਨਾਲ ਧੱਕਾ ਕਰ ਰਹੀ ਹੈ ਸਾਡੇ ਸਮਾਜ ਨਾਲ, ਉਹਨੂੰ ਦੇਖਦੇ ਹੋਏ ਅਤੇ ਮੈਂ ਸੋਚ ਰਿਹਾ ਕਿ ਸਾਡਾ ਸ਼ਹਿਰ ਜਿਹੜਾ ਇਸ ਚੀਜ਼ ਦੇ ਵਿੱਚ ਆਵੇ। ਅਤੇ ਮੈਨੂੰ ਸਭ ਤੋਂ ਪਹਿਲਾਂ ਤਾਰੀ ਬਿਹਾਰੀਪੁਰੀਆ, ਜਿਹੜਾ ਕਿ ਕਬੱਡੀ ਦਾ ਵੀ ਚੰਗਾ ਖਿਡਾਰੀ ਹੈ ਔਰ ਲਿਖਾਰੀ ਵੀ ਚੰਗਾ ਹੈ, ਉਹਦਾ ਇੱਕ ਵਾਰੀ ਫੇਸਬੁੱਕ ਦੇ ਉੱਤੇ ਨੰਬਰ ਮਿਲਿਆ ਅਤੇ ਉਹਨੇ ਲਿਖਿਆ ਹੋਇਆ ਸੀ ਕਿ ਮੈਂ ਕਪੂਰਥਲੇ ਬਾਈਪਾਸ ਦੇ ਉੱਤੇ ਇੱਕ ਧਰਨਾ ਦੇਣ ਜਾ ਰਿਹਾ। ਉਹ ਮੈਂ ਪਹਿਲੀ ਵਾਰੀ ਟੈਲੀਫੋਨ ਕਰਕੇ ਤਾਰੀ ਬਿਹਾਰੀਪੁਰ ਨਾਲ ਇਹਦੇ ਬਾਬਤ ਸਾਰੀ ਗੱਲਬਾਤ ਕੀਤੀ ਅਤੇ ਉਹਨਾਂ ਨੇ ਮੈਨੂੰ ਆਉਣ ਦਾ ਮੌਕਾ ਦਿੱਤਾ। ਇਹ ਮੇਰੀ ਸਟਾਰਟਿੰਗ ਹੈ ਕਿਸਾਨ ਧਰਨੇ ਦੇ ਨਾਲ। ਮੈਂ ਸ਼ੁਰੂਆਤ ਜਿਹੜੇ ਮੇਰੇ ਪਹਿਲੇ ਪਲ ਤਾਰੀ ਬਿਹਾਰੀਪੁਰੀਏ ਉਸ ਲੜਕੇ ਨੌਜਵਾਨ ਦਾ ਕਰਕੇ ਜੁੜੇ। ਉਦੋਂ ਬਾਅਦ ਫਿਰ ਪੀਤਾ ਮਿੱਠਾ ਔਰ 2-3 ਬੰਦੇ ਹੋਰ ਵੀ ਜੁੜ ਕੇ ਅਸੀਂ ਮਨਸੂਰਵਾਲ ਫਿਰ ਰਿਲਾਇੰਸ ਜਿਹੜਾ ਹੈ ਉਹ ਅਸੀਂ ਕਾਫੀ ਦੇਰ ਪਹਿਲਾਂ ਹੀ ਜਿਹੜਾ ਨਾ ਉਹ ਰੋਕ ਦਿੱਤਾ। ਉੱਥੇ ਆਪਣੀ ਚਾਨਣੀ ਲਾ ਕੇ ਅਤੇ ਮੁਜ਼ਾਹਰੇ ਕਰਨੇ ਸ਼ੁਰੂ ਕਰ ਦਿੱਤੇ। ਇਹ ਮੇਰੀ ਸਟਾਰਟਿੰਗ ਹੈ ਜੀ। ਕੀ ਤੁਹਾਨੂੰ ਇਹ ਪਤਾ ਸੀ ਕਿ ਮੋਰਚਾ ਇੰਨਾ ਲੰਬਾ ਚੱਲੇਗਾ ਅਤੇ ਔਰ ਇਸ ਦੇ ਵਿੱਚ ਸਾਨੂੰ ਫਤਿਹ ਮਿਲੇਗੀ? ਅਸੀਂ ਜਦੋਂ ਵੀ ਇਹ ਸਿੱਖ ਧਰਮ ਦੇ ਵਿੱਚ ਇੱਕ ਰੌਤ ਹੈ ਕਿ ਅਰਦਾਸ ਕਰਕੇ ਜਦੋਂ ਬੰਦਾ ਤੁਰਦਾ ਹੈ ਤਾਂ ਫਤਿਹ ਵਾਸਤੇ ਹੀ ਤੁਰਦਾ, ਔਰ ਫਤਿਹ ਸਾਡੇ ਗੁਰੂ ਸਾਨੂੰ ਬਖਸ਼ਦੇ ਵੀ ਹੈ। ਔਰ ਫਤਿਹ ਤੋਂ ਬਗੈਰ ਸਿੰਘ ਅੱਜ ਤਾਈਂ ਕਦੀ ਪਿੱਛੇ ਮੁੜੇ ਨਹੀਂ, ਅਤੇ ਉਹੀ ਇਹ ਹੁਣ ਸਾਬਤ ਕਰ ਦਿੱਤਾ। ਪਹਿਲਾਂ ਤਾਂ ਅਸੀਂ ਇਤਿਹਾਸ ਦੇ ਵਿੱਚ ਹੀ ਪੜ੍ਹਦੇ ਸੀ ਕਿ ਸਿੰਘਾਂ ਨੂੰ ਫਤਿਹ ਜਿਹੜੀ ਆ ਉਹ ਪ੍ਰਵਾਨ ਹੋ ਜਾਂਦੀ, ਮਿਲ ਜਾਂਦੀ ਹੈ। ਅਸੀਂ ਹੁਣ ਆਪਣੇ ਅੱਖਾਂ ਦੇ ਸਾਰੇ ਸਮਾਜ ਨੇ ਉਹ ਦੇਖ ਲਿਆ ਕਿ ਜਦੋਂ ਉੱਥੋਂ ਸੰਘੂ ਬਾਰਡਰ ਛੱਡ ਕੇ ਤੁਰੇ ਆ ਲੋਕੀ, ਉੱਥੇ ਬੀਬੀਆਂ ਸਾਡੀਆਂ, ਭੈਣਾਂ ਸਾਡੀਆਂ, ਮਾਈਆਂ ਸਾਡੇ, ਵੀਰ ਅੱਖਾਂ ਭਰ ਕੇ ਰੋਏ ਆ ਜਦੋਂ ਉੱਥੋਂ ਉੱਠ ਗਏ। ਇਹ ਸਭ ਤੋਂ ਵੱਡੀ ਫਤਿਹ ਸਾਡੀ ਇਹੀ ਆ ਜੀ, ਸਭ ਜਿਹੜਾ ਸਾਨੂੰ ਉੱਥੇ ਜਿਹੜਾ ਮਾਹੌਲ। ਸਰਦਾਰ ਹਰਭਜਨ ਸਿੰਘ ਜੀ, ਹਾਂਜੀ, ਜਦੋਂ ਤੁਸੀਂ ਪੰਜਾਬ ਤੋਂ ਚੱਲੇ ਆ, ਤੁਹਾਡਾ ਸੰਘਰਸ਼ ਦੇ ਪਹਿਲੇ ਦਿਨ ਦਾ ਜਿਹੜਾ ਤਜਰਬਾ ਆ ਉਹ ਤੁਸੀਂ ਜਿਹੜਾ ਆ ਸੰਗਤਾਂ ਦੇ ਨਾਲ ਸਾਂਝਾ ਕਰੋ। ਇਹ ਕਾਫੀ ਦਿਨ ਪਹਿਲਾਂ ਅਨਾਉਂਸ ਹੋ ਗਿਆ ਸੀਗਾ ਕਿਸਾਨ ਜਥੇਬੰਦੀਆਂ ਤੋਂ ਕਿ 26 ਤਰੀਕ ਨੂੰ ਜਿਹੜਾ ਸੰਘਰਸ਼ ਆ ਪੰਜਾਬ ਤੋਂ ਉਹ ਰਵਾਨਾ ਹੋ ਜਾਏਗਾ, ਦਿੱਲੀ ਜਾ ਕੇ ਮੋਰਚੇ ਲੱਗਣਗੇ। ਉਹਦੇ ਵਾਸਤੇ ਅਸੀਂ ਆਪਣੀ ਤਿਆਰੀ ਆਪਣੇ ਤੌਰ ਦੇ ਉੱਤੇ ਅਸੀਂ ਹਾਲੇ ਕਿ ਉਦੋਂ ਤੱਕ ਕਿਸੇ ਵੀ ਕਿਸਾਨ ਜਥੇਬੰਦੀ ਦੇ ਨਾਲ ਨਹੀਂ ਸੀ ਜੁੜੇ ਹੋਏ। ਉਹਦੇ ਬਾਬਤ ਵੀ ਅਸੀਂ 4-5 ਜਣੇ ਗੱਡੀ, ਮੇਰੇ ਵਾਲੀ ਕਾਰ, ਅਸੀਂ ਇੱਥੋਂ ਤੁਰੇ ਹਾਂ 26 ਤਰੀਕ ਨੂੰ ਸਵੇਰੇ 10 ਵਜੇ ਤੁਰ ਕੇ ਸ਼ਾਮ ਨੂੰ ਅਸੀਂ ਟੂਲ ਪਲਾਜ਼ਾ ਤੋਂ ਅੱਗੇ 3 ਕਿਲੋਮੀਟਰ ਜਾ ਕੇ ਜਿਹੜੀ ਖੱਟਰ ਨੇ ਸੜਕ ਪੱਟੀ ਆ, ਉੱਥੇ ਅਸੀਂ ਤਕਰੀਬਨ ਰਾਤ ਨੂੰ 11 ਵਜੇ ਉੱਥੇ ਪਹੁੰਚੇ ਹੋਏ ਸੀਗੇ। ਔਰ ਉਹ ਸਾਡੇ ਅੱਖਾਂ ਦੇ ਸਾਹਮਣੇ ਸਾਰੀ ਉਹ ਸੜਕ ਜਿਹੜੀ ਪੱਟ ਹੋਈ ਆ। ਉੱਥੋਂ ਸਾਨੂੰ ਇੱਕ ਹਰਿਆਣੇ ਦਾ ਹੀ ਇੱਕ ਕੋਈ ਮੁੰਡਾ ਮੋਟਰਸਾਈਕਲ 'ਤੇ ਸਾਨੂੰ ਮਿਲਿਆ, ਔਰ ਉਹਨੇ ਸਾਨੂੰ ਦੱਸਿਆ ਕਿ ਤੁਸੀਂ ਇੱਥੋਂ ਤਾਂ ਨਹੀਂ ਜਾਣਦੇ ਅਤੇ ਤੁਹਾਨੂੰ ਪਿੰਡਾਂ ਥਾਣੀ ਮੈਂ ਰਸਤਾ ਦੱਸਦਾ ਅਤੇ ਤੁਸੀਂ ਉਹ ਸਾਡੇ ਨਾਲ ਆ ਕੋਈ ਤਾਂ ਦਿੱਲੀ ਪਹੁੰਚ ਸਕਦੇ ਹੋ। ਅਸੀਂ ਉਸ ਮੁੰਡੇ ਦੇ ਨਾਲ ਫਿਰ ਆਪਣੀ ਗੱਡੀ ਪਿੰਡਾਂ ਥਾਣੀ ਕੱਢਦੇ ਹੋਏ ਕਰਦੇ ਕਰਾਉਂਦੇ 4:30 ਵਜੇ ਸਵੇਰ ਨੂੰ ਦਿੱਲੀ ਜਿਹੜਾ ਬਾਰਡਰ 'ਤੇ ਜਿੱਥੇ ਸਿੰਘੂ ਮੋਰਚਾ ਲੱਗਾ ਸੀ, ਕਿਸੇ ਵੀ ਬੰਦੇ ਨੂੰ ਇਲਮ ਨਹੀਂ ਸੀ ਕਿ ਇੱਥੇ ਐਡਾ ਵੱਡਾ ਮੋਰਚਾ ਲੱਗੇਗਾ। ਮੈਂ ਤਾਰੀ ਬਿਹਾਰੀਪੁਰੀਆ, ਪੀਤਾ ਮਿੱਠਾ, ਅਸੀਂ ਸਾਰੇ ਜਾਣੇ ਉੱਥੇ ਪਹੁੰਚ ਗਏ ਹਾਂ। ਇਹ ਤਾਂ ਤਕਰੀਬਨ ਪਿੱਛੇ ਬੈਠੇ ਸੀ ਸੀਟਾਂ 'ਤੇ, ਮੈਂ ਗੱਡੀ ਚਲਾ ਰਿਹਾ ਸੀ। ਜਦੋਂ ਅਸੀਂ ਪਹੁੰਚੇ ਤਾਂ 8-9 ਪੁਲਿਸ ਵਾਲੇ ਸੀਗੇ, ਔਰ ਛੋਟੀ ਜਿਹੀ ਉਹਨਾਂ ਇੱਕ ਰੋਕ ਜਿਹੀ ਵਾਇਰਿੰਗ ਜਿਹੀ ਲਾਈ ਹੋਈ ਸੀ ਲੋਹੇ ਦੀ ਪੱਤੀਆਂ ਦੀ। ਮੈਂ ਉਤਰ ਕੇ ਅਤੇ ਝੰਡਾ ਮੇਰੀ ਗੱਡੀ 'ਤੇ ਕਿਸਾਨੀ ਲੱਗਾ ਹੋਇਆ ਸੀ। ਉਤਰ ਕੇ ਅਤੇ ਜਦੋਂ ਜਾ ਕੇ ਪੁਲਿਸ ਵਾਲਿਆਂ ਨੂੰ ਪੁੱਛਿਆ ਵੀ ਤੁਸੀਂ ਰਸਤਾ ਕਿਉਂ ਰੋਕਿਆ, ਤਾਂ ਉਹਨਾਂ ਨੇ ਸਵਾਲ ਕੀਤਾ ਕਿ ਤੁਸੀਂ ਕਿੱਥੋਂ ਆਏ ਹੋ। ਮੇਰਾ ਜਵਾਬ ਸੀ ਕਿ ਅਸੀਂ ਪੰਜਾਬ ਤੋਂ ਆਏ ਹਾਂ।
ਉਹ ਕਹਿੰਦਾ ਜੀ ਤੁਸੀਂ ਕਿੱਥੇ ਨੂੰ ਚੱਲੇ ਹੋ? ਮੈਂ ਕਿਹਾ ਜੀ ਅਸੀਂ ਦਿੱਲੀ ਨੂੰ ਚੱਲੇ ਆ। ਕਹਿੰਦਾ ਜੀ ਤੁਸੀਂ ਦਿੱਲੀ ਨੂੰ ਕੀ ਕਰਨ ਚੱਲੇ? ਮੈਂ ਕਿਹਾ ਜੀ ਅਸੀਂ ਤਾਂ ਮੋਦੀ ਨੂੰ ਚੱਕਣ ਚੱਲੇ ਆ, ਇੱਕ ਮਜ਼ਾਕੀਆ ਤੌਰ 'ਤੇ ਮੈਂ ਉਹਨੂੰ। ਉਹ ਕਹਿੰਦਾ ਤੁਸੀਂ ਕਿਸਾਨ ਹੋ? ਮੈਂ ਕਿਹਾ ਜੀ ਹਾਂ ਹੀ ਕਿਸਾਨ ਆ, ਝੰਡਾ ਲੱਗਾ ਗੱਡੀ 'ਤੇ। ਉਸੇ ਵੇਲੇ ਉਹਨੇ ਵਾਇਰਲੈਸ ਚੱਕੀ, ਵਾਇਰਲੈਸ ਚੱਕ ਕੇ ਤੇ ਦਿੱਲੀ ਨੂੰ ਵੀ ਤੁਸੀਂ ਕਹਿੰਦੇ ਸੀ ਕਿਸਾਨ ਜਿਹੜੇ ਆ ਹਰਿਆਣੇ ਦੇ ਬਾਰਡਰ ਦੇ ਉੱਤੇ ਰੋਕ ਲੈ ਕੇ ਆਏ ਆ, ਮਗਰ ਕਿਸਾਨ ਤਾਂ ਦਿੱਲੀ ਦੇ ਬਾਰਡਰ ਦੇ ਉੱਤੇ ਆ ਪਹੁੰਚੇ ਆ। ਫਿਰ ਮੇਰੇ ਦਿਮਾਗ 'ਚ ਆਇਆ ਵੀ ਜੇ ਅਸੀਂ 4-5 ਜਣੇ ਬੰਦੇ ਇੱਥੇ ਫਸ ਗਏ, ਸਾਨੂੰ ਫੜ ਕੇ ਇਹਨਾਂ ਅੰਦਰ ਕਰ ਦਿੱਤਾ ਤੇ ਕਿਸੇ ਨੂੰ ਪਤਾ ਵੀ ਨਹੀਂ ਲੱਗਣਾ ਵੀ ਸਾਡਾ ਕੀ ਬਣਿਆ। ਮੈਂ ਉੱਥੋਂ ਫਿਰ ਰਿਵਰਸ ਗੱਡੀ ਭਜਾਈ, ਤਕਰੀਬਨ ਕਿਲੋਮੀਟਰ ਦੇ ਲਗਭਗ ਕਿਲੋਮੀਟਰ ਪਿੱਛੇ ਆ ਕੇ ਫਿਰ ਉਹਨੂੰ ਸਿੱਧੀ ਗੱਡੀ ਕਰਕੇ ਤੇ ਅਸੀਂ 8-10 ਕਿਲੋਮੀਟਰ ਪਿੱਛੇ ਆਏ। ਪਿੱਛੇ ਆ ਕੇ ਇੱਕ ਬਾਗ ਜਿਹਾ ਸੀ, ਉੱਥੇ ਆ ਕੇ ਅਸੀਂ ਰੁਕੇ ਤੇ ਟਰਾਲੀਆਂ ਆਈਆਂ 2 ਸਾਨੂੰ ਆਉਂਦੀਆਂ ਦਿਖੀਆਂ। ਅਸੀਂ ਉਹਨਾਂ ਨੂੰ ਰੋਕਿਆ। ਉਦੋਂ ਤਕਰੀਬਨ 5-5:15 ਵਜੇ ਦਾ ਟਾਈਮ ਸੀਗਾ ਸਵੇਰ ਦਾ। ਉਹਨਾਂ ਦੇ ਕੋਲ ਚਾਹ ਦੇ ਸਾਰੇ ਬਰਤਨ, ਚਾਹ ਵਾਲਾ ਸਿਸਟਮ ਸਾਰਾ ਹੀ ਸੀਗਾ। ਉਹਨਾਂ ਜਦੋਂ ਅਸੀਂ ਦੱਸਿਆ ਵੀ ਇੱਦਾਂ ਪੁਲਿਸ ਬੈਠੀ ਆ, ਤਾਂ ਉਹ ਕਹਿੰਦੇ ਵੀ ਪਹਿਲਾਂ ਇੱਥੇ ਚਾਹ ਬਣਾ ਕੇ ਨਾਸ਼ਤਾ ਨੂਸ਼ਤਾ ਕਰਦੇ ਆ। ਉਹਨਾਂ ਚਿਰ ਨੂੰ ਨਾਸ਼ਤਾ ਬਣਾਉਂਦਿਆਂ ਕਰਦਿਆਂ, ਖਾਂਦਿਆਂ ਪੀਂਦਿਆਂ ਕਰਦਿਆਂ 15-20 ਟਰਾਲੀਆਂ ਹੋਰ ਆ ਗਈਆਂ ਉੱਥੇ। ਅੱਛਾ ਜੀ। ਫਿਰ ਸਾਡਾ ਇੱਕ ਗਰੁੱਪ ਬਣ ਗਿਆ। ਅਸੀਂ ਦੁਬਾਰਾ 8:30 ਪੌਣੇ 9 ਵਜੇ ਦੁਬਾਰਾ ਉਸ ਪੁਲਿਸ ਕੋਲ ਪਹੁੰਚ ਗਏ ਜਿੱਥੋਂ ਅਸੀਂ ਸਵੇਰੇ ਤੜਕੇ ਮੁੜੇ ਸੀ। ਠੀਕ ਹੈ। ਅਸੀਂ ਉੱਥੇ ਜਦੋਂ ਪਹੁੰਚ ਕੇ ਦੇਖਿਆ ਤਾਂ ਫਿਰ ਤਾਂ ਉੱਥੇ 500 ਤੋਂ ਵੱਧ ਪੁਲਿਸ ਲੱਗੀ ਹੋਈ, ਔਰ ਬੜੇ ਵੱਡੇ ਲੈਵਲ ਦੇ ਉੱਤੇ ਜਿਹੜੀ ਉਹਨਾਂ ਨੇ ਉਹ ਰੋਡ ਬਲੌਕ ਕਰ ਦਿੱਤੀ। ਪਰ ਫਿਰ ਤੁਹਾਨੂੰ ਵੀ ਹੌਸਲਾ ਹੋ ਗਿਆ ਕਿ ਫੌਜਾਂ ਸਾਡੇ ਨਾਲ ਆ। ਹਾਂ, ਫਿਰ ਹੌਸਲੇ ਤੇ ਆਟੋਮੈਟਿਕਲੀ ਵੱਧ ਜਾਂਦੇ ਜਦੋਂ ਸਿੰਘ ਇਕੱਠੇ ਹੋ ਜਾਣ। ਤੇ ਫਿਰ ਅਸੀਂ, ਮੈਨੂੰ ਹੁਣ ਇੰਨਾ ਇਲਮ ਨਹੀਂ ਸੀਗਾ ਕਿ ਇਹਨਾਂ ਦਾ ਪੁਲਿਸ ਵਾਲਿਆਂ ਦਾ ਪਹਿਲਾ ਵਾਰ ਕੀ ਹੋਊਗਾ ਸਾਡੇ ਤੇ। ਮੈਂ ਸਭ ਤੋਂ ਮੋਹਰੇ ਲਿਜਾ ਕੇ ਆਪਣੀ ਕਾਰ ਜਿਹੜੀ ਆ ਨਾ, ਉਹਨਾਂ ਦੀ ਜਿਹੜੀ ਕੀਤੀ ਹੋਈ ਬ੍ਰੇਕਿੰਗ, ਉਹਦੇ ਨਾਲ ਜਾ ਕੇ ਖੜੀ ਕਰਕੇ ਉਤਰ ਕੇ ਤੇ ਉੱਥੇ PTC ਨਿਊਜ਼ ਵਾਲਾ ਜਿਹੜਾ ਨਾ ਮੇਰੇ ਵੱਲ ਨੂੰ ਕੈਮਰਾ ਤੇ ਉਹ ਮੋਬਾਈਲ ਕਰ ਨਹੀਂ ਰਿਹਾ ਹੈਗਾ ਆਪਣਾ ਮਾਈਕ, ਉਹਨਾਂ ਚਿਰ ਨੂੰ ਉਹਨਾਂ ਪਹਿਲਾ ਧੂੰਏ ਵਾਲਾ ਬੰਬ ਜਿਹੜਾ ਮੇਰੀ ਗੱਡੀ ਨੂੰ ਨਿਸ਼ਾਨਾ ਬਣਾ ਕੇ ਤੇ ਉਹਦੇ ਸੈਂਟਰ ਸ਼ੀਸ਼ੇ 'ਚ ਹਜੇ ਵੀ ਨਿਸ਼ਾਨ ਪਿਆ ਹੋਇਆ ਮੇਰੀ ਗੱਡੀ ਦੇ। ਉਹਨਾਂ ਬੰਬ ਪਹਿਲਾਂ ਧੂੰਏ ਵਾਲਾ ਮਾਰਿਆ, ਉਦੋਂ ਹੀ ਉਹ ਨਿਊਜ਼ ਵਾਲੇ ਤੇ ਭੱਜ ਗਿਆ ਉੱਥੋਂ, ਤੇ ਮੈਂ ਵੀ ਦੋ ਭੱਜ ਕੇ ਵੀ ਗੱਡੀ ਸ਼ੀਸ਼ੇ ਤੋੜ ਦੇਣਗੇ। ਮੇਰੇ ਗੱਡੀ 'ਚ ਬਹਿੰਦਿਆਂ 6-7 ਉਹ ਧੂੰਏ ਵਾਲੇ ਬੰਬ ਜਿਹੜੇ ਆ ਮੇਰੀ ਗੱਡੀ ਦੇ ਆਲੇ ਦੁਆਲੇ ਆ ਕੇ ਠਾ ਸੁਣਨਾ ਬੰਦ ਹੋ ਗਿਆ, ਧੂੰਆਂ ਹੀ ਧੂੰਆਂ ਹੋ ਗਿਆ। ਉੱਥੋਂ ਫਿਰ ਮੈਂ ਗੱਡੀ ਪਿਛਾ ਕੇ ਪਿੱਛੇ ਲਿਆ ਕੇ ਖੜੀ ਕੀਤੀ ਤਕਰੀਬਨ ਅੱਧਾ ਕਿਲੋਮੀਟਰ। ਉਹਦੇ ਬਾਵਜੂਦ ਫਿਰ ਅਸੀਂ ਗਏ ਅੱਗੇ। ਧੂਏ ਦੇ ਨਾਲ ਤੁਹਾਡੇ ਅੱਖਾਂ ਤੇ ਕੋਈ ਦੇਖਣ ਨੂੰ ਫਰਕ ਤਾਂ ਨਹੀਂ ਪਿਆ? ਬਹੁਤ ਪਿਆ। ਮੈਂ ਜ਼ਿੰਦਗੀ 'ਚ ਕਦੀ ਵੀ ਇਹੋ ਜਿਹਾ ਮੰਜ਼ਰ ਜਿਹੜਾ ਉਹ ਪਹਿਲਾਂ ਮੇਰਾ ਸਾਹਮਣਾ ਨਹੀਂ ਸੀ ਹੋਇਆ। ਉਦੋਂ ਜ਼ਿੰਦਗੀ 'ਚ ਪਹਿਲੀ ਵਾਰੀ ਉਹ ਧੂੰਆਂ ਵੀ, ਛਾਤੀ 'ਚ ਬੜੀ ਦਰਦ ਹੋਈ, ਅੱਖਾਂ ਦੇ ਵਿੱਚੋਂ ਅੱਖਾਂ ਖੋਲ੍ਹ ਕੇ ਤੁਸੀਂ ਦੇਖ ਨਹੀਂ ਸਕਦੇ, ਅੱਖਾਂ ਯਾਨੀ ਮਜਬੂਰਨ ਸਾਨੂੰ ਬੰਦ ਕਰਨੀਆਂ ਪੈਂਦੀਆਂ ਸੀ। ਬੰਦ ਅੱਖਾਂ ਦੇ ਉੱਤੇ ਅਸੀਂ ਭੱਜ ਕੇ ਪਿੱਛੇ ਨੂੰ ਹੋਏ, ਕਦੀ ਅੱਗੇ ਜਾਂਦੇ ਕਦੀ ਪਿੱਛੇ ਹੁੰਦੇ। ਤਕਰੀਬਨ 12-1 ਵਜੇ ਤਾਈਂ ਇਹ ਪੋਜੀਸ਼ਨ ਚੱਲਦੀ ਰਹੀ। ਉਹ ਉੱਥੋਂ ਧੂੰਏ ਦੇ ਬੰਬ ਮਾਰਦੇ ਰਹੇ, ਅਸੀਂ ਪਿੱਛੇ ਭੱਜ ਜਾਂਦੇ ਸੀ, ਮੁੜ ਕੇ ਅਸੀਂ ਅੱਗੇ ਆਉਂਦੇ ਸੀ, ਤੇ ਫਿਰ ਇਹੀ ਕੰਮ ਚੱਲਦਾ ਰਿਹਾ। ਜਿੰਨੇ ਸਾਡੇ ਲੀਡਰ ਆ, ਮੈਂ ਅੱਜ ਇੱਕ ਗੱਲ ਸਾਰੀ ਖੋਲ੍ਹ ਕੇ ਦੱਸ ਦੇਣੀ ਚਾਹੁੰਦਾ, ਜਿੰਨੇ ਸਾਡੇ ਲੀਡਰ ਆ ਇਹ 2 ਵਜੇ ਤੋਂ ਬਾਅਦ ਪਹੁੰਚੇ ਆ ਉਸ ਮੌਕੇ 'ਤੇ, ਉਸ ਸੰਘੂ ਬਾਰਡਰ ਵਾਲੀ ਜਗ੍ਹਾ 'ਤੇ 2 ਵਜੇ ਤੋਂ ਬਾਅਦ ਪਹੁੰਚੇ। ਅਤੇ ਮੇਰੀ ਗੱਡੀ ਦੇ ਨਾਲ ਪਿਛਾੜੀ ਲਾ ਕੇ 10-12 ਲੀਡਰ ਇਹਨਾਂ ਦੇ ਖੜ੍ਹੇ ਹੋ ਕੇ ਆਪਣੀ ਮੀਟਿੰਗ ਕਰ ਰਿਹਾ ਸੀ। ਉਹਨਾਂ 'ਚੋਂ ਮੈਨੂੰ ਇਹ ਤਾਰੀ ਜਿਹੜਾ ਬਿਹਾਰੀਪੁਰੀਆ ਸੀ, ਇਹ ਮੈਨੂੰ ਕਹਿਣ ਲੱਗਾ ਅੰਕਲ ਜੀ ਭੁੱਖ ਲੱਗੀ ਆ ਅਤੇ ਆਪਾਂ ਰੋਟੀ ਪਾਣੀ ਦਾ ਵੀ ਕੋਈ ਬੰਦੋਬਸਤ ਕਰੀਏ, ਗੱਡੀ ਲਿਆਓ, ਰੋਟੀ ਖਾ ਕੇ ਫਿਰ ਆਪਾਂ ਦੁਬਾਰਾ ਆਉਂਦੇ ਹਾਂ। ਜਦੋਂ ਮੈਂ ਗੱਡੀ ਲੈਣ ਗਿਆ ਤਾਂ ਮੈਂ ਜਾ ਕੇ ਕੀ ਦੇਖਿਆ, ਮੈਂ ਬਾਲਾ ਜਾਣਦਾ ਨਹੀਂ ਇਹਨਾਂ ਲੀਡਰਾਂ ਨੂੰ, ਕਿਉਂਕਿ ਜ਼ਿਆਦਾਤਰ ਮੇਰੀ 30-31 ਸਾਲ ਉਮਰ ਅਰਬ ਕੰਟਰੀਆਂ 'ਚ ਨਿਕਲੀ ਆ। ਮੈਂ ਨਿੱਜੀ ਤੌਰ 'ਤੇ ਇਹਨਾਂ ਲੋਕਾਂ ਨੂੰ ਜ਼ਿਆਦਾ ਨਹੀਂ ਸੀ ਜਾਣਦਾ। ਅਤੇ ਉੱਥੇ ਜਦੋਂ ਮੈਂ ਪਹੁੰਚਿਆ ਕਿ ਹਰਿਆਣੇ ਦਾ ਮੁੰਡਾ ਆਇਆ ਤਾਂ ਆ ਕੇ ਮੈਨੂੰ ਕਹਿੰਦਾ, ਸਰਦਾਰ ਜੀ ਤੁਸੀਂ ਉੱਧਰ ਨਹੀਂ ਜਾ ਸਕਦੇ। ਅਤੇ ਮੈਂ ਉਹਨੂੰ ਪੁੱਛਿਆ ਵੀ ਕਿਉਂ ਨਹੀਂ ਜਾ ਸਕਦਾ? ਉਹ ਕਹਿੰਦਾ ਜੀ ਉਹ ਲੀਡਰ ਉੱਥੇ ਮੀਟਿੰਗ ਕਰਨ ਡਿਆ। ਅਤੇ ਫਿਰ ਮੈਂ ਥੋੜ੍ਹਾ ਜਿਹਾ ਨਾ ਗੁੱਸੇ 'ਚ ਆ ਕੇ ਉਹਨੂੰ ਇਹ ਕਿਹਾ ਕਿ ਭਾਈ ਵੀ ਲੀਡਰ ਜਿਹੜਾ ਉਹ ਮੇਰੀ ਗੱਡੀ ਦੇ ਨਾਲ ਪਛਾੜੀ ਲਾ ਕੇ ਖੜ੍ਹਾ, ਔਰ ਮੈਨੂੰ ਗੱਡੀ ਮੇਰੀ ਚਾਹੀਦੀ ਹੈ, ਮੈਂ ਕਿਤੇ ਜਾਣਾ ਹੈ। ਮੈਂ ਉਦੋਂ ਫਿਰ ਰਾਜੇਵਾਲ ਦੀ ਇੱਕ ਗੱਲ ਸੁਣੀ, ਇਹ ਬਾਕੀ ਬੰਦਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਵੀ ਭਾਈ ਆਪਾਂ ਨੂੰ ਗੌਰਮੈਂਟ ਨੇ ਰਾਮਲੀਲਾ ਗਰਾਊਂਡ ਜਿਹੜੀ ਆ ਉਹ ਦੇਤੀ ਆ। ਮੇਰੀ ਟੈਲੀਫੋਨ 'ਤੇ ਗੱਲ ਹੋ ਗਈ ਆ ਗੌਰਮੈਂਟ ਨਾਲ, ਗੌਰਮੈਂਟ ਨੇ ਰਾਮਲੀਲਾ ਗਰਾਊਂਡ ਦੇਤੀ ਆ। ਆਪਾਂ ਸਾਰੇ ਇਹਨਾਂ ਬੰਦਿਆਂ ਨੂੰ, ਸੰਗਤ ਨੂੰ ਲੈ ਕੇ ਰਾਮਲੀਲਾ ਗਰਾਊਂਡ ਪਹੁੰਚ ਚੱਲੀਏ। ਅਤੇ ਬਾਕੀ ਦੇ 7-8 ਲੀਡਰ ਜਿਹੜੇ ਉਹ ਨਹੀਂ ਸੀ ਮੰਨ ਰਹੇ। ਇਹ 3-4 ਲੀਡਰ ਜਿਹੜੇ ਰਾਜੇਵਾਲ ਦੇ ਪੱਖ ਦੇ ਸੀ, ਇਹਨਾਂ ਦੀ ਆਪਸ ਵਿੱਚ ਕਾਫੀ ਬਹਿਸ ਵਸਈਆ ਮੈਂ ਸੁਣਿਆ, ਉੱਥੇ ਅੱਖੀਂ ਦੇਖਿਆ। ਫਿਰ ਮੇਰੀ ਇਹਨਾਂ ਨੇ ਗੱਡੀ ਛੱਡੀ ਅਤੇ ਮੈਂ ਉੱਥੋਂ ਗੱਡੀ ਫੇਰ ਨਹੀਂ ਕੱਢੀ। ਫਿਰ ਇਹਨਾਂ ਦੇ ਮਗਰ ਇਹਨਾਂ ਨੇ ਆ ਕੇ ਸੰਗਤ ਨੂੰ, ਪਹਿਲਾਂ ਟਰਾਲੀ ਦੇ ਉੱਤੇ ਇੱਕ ਸਪੀਕਰ ਲੱਗਾ ਸੀ ਛੋਟੇ ਜਿਹੇ ਸੈੱਟ ਨਾਲ, ਰਾਜੇਵਾਲ ਨੇ ਆ ਕੇ ਉਹ ਮੈਕ ਫੜਿਆ, ਮੈਕ ਫੜ ਕੇ ਤਾਂ ਅਨਾਊਂਸ ਕਰ ਦਿੱਤਾ ਕਿ ਸਾਨੂੰ ਜਿਹੜਾ ਸੈਂਟਰ ਗੌਰਮੈਂਟ ਨੇ ਰਾਮਲੀਲਾ ਗਰਾਊਂਡ ਜਿਹੜੀ ਦੇਤੀ ਹੈ, ਅਸੀਂ ਸਾਰੇ ਜਣੇ ਹੁਣ ਅਗਲਾ ਜਿਹੜਾ ਸਾਡਾ ਸੰਘਰਸ਼ ਆ ਰਾਮਲੀਲਾ ਗਰਾਊਂਡ ਦੇ ਵਿੱਚ ਜਾ ਕੇ ਪੇਸ਼ ਕਰਾਂਗੇ। ਅਤੇ ਉੱਥੇ ਫਿਰ ਉਹ ਸਾਰੀ ਜਿਹੜੀ ਸੰਗਤ ਬੈਠੀ ਸੀ ਉਹ ਆਪੇ ਤੋਂ ਬਾਹਰ ਹੋ ਗਈ, ਔਰ ਕਈ ਬੰਦਿਆਂ ਨੇ ਤਾਂ ਹੱਥ ਦੇ ਵਿੱਚ ਚੱਪਲਾਂ ਔਰ ਜੁੱਤੀਆਂ ਲਾ ਕੇ ਫੜ ਲਈਆਂ।
ਤੇ ਰਾਜੇਵਾਲ ਨੂੰ ਜਦੋਂ ਪਤਾ ਲੱਗਾ ਵੀ ਇਹ ਹੁਣ ਚਪਲਾਂ ਜੁੱਤੀਆਂ ਵੱਜਣਗੀਆਂ ਤੇ ਇਹ ਉੱਥੋਂ ਭੱਜ ਨਿਕਲਿਆ। ਉੱਥੋਂ ਭੱਜਣ ਨਿਕਲਣ ਤੋਂ ਬਾਅਦ ਬਰਨਾਲੇ ਵਾਲ ਦਾ ਕੋਈ ਲੀਡਰ ਸੀ, ਉਹਨੇ ਆ ਕੇ ਉਹ ਮੈਕ ਫੜਿਆ। ਮੈਕ ਫੜ ਕੇ ਫਿਰ ਸੰਗਤ ਨੂੰ ਇਹ ਦੱਸਿਆ ਕਿ ਭਾਈ ਤੁਸੀਂ ਜੋ ਚਾਹੁੰਦੇ ਆ ਉੱਦਾਂ ਹੀ ਕੀਤਾ ਜਾਊਗਾ, ਤੁਸੀਂ ਅਗਰ ਸੰਘਰਸ਼ ਇੱਥੇ ਚਾਹੁੰਦੇ ਆ ਤਾਂ ਇੱਥੇ ਕੀਤਾ ਜਾਊਗਾ। ਉਸ ਤੋਂ ਬਾਅਦ ਫਿਰ ਉਹ ਮੈਕ ਮੈਂ ਫੜਿਆ। ਮੈਂ ਮੈਕ ਫੜ ਕੇ ਉਹਨਾਂ ਨੂੰ ਦੱਸਿਆ ਵੀ ਸ਼ੇਰ ਜਦੋਂ ਸ਼ਿਕਾਰ ਕਰਦਾ ਹੈ ਤੇ ਜਾਨਵਰ ਦੇ ਥੱਲੇ ਮੋਹਰੇ ਪਹਿਲਾਂ ਲੰਮਾ ਪੈਂਦਾ ਜ਼ਮੀਨ ਤੇ, ਲੰਮਾ ਪੈ ਕੇ ਤੇ ਉਸ ਜਾਨਵਰ ਦੀਆਂ ਥੱਲਿਓਂ ਰਗਾਂ ਫੜਦਾ, ਰਗਾਂ ਫੜ ਕੇ ਤੇ ਮੁੜ ਕੇ ਉਹ ਜਾਨਵਰ ਨੂੰ ਛੱਡਦਾ ਤੇ ਫਿਰ ਖੜਾ ਹੁੰਦਾ। ਇਸੇ ਤਰ੍ਹਾਂ ਅਸੀਂ ਇਹ ਸੜਕ ਅਗਰ ਛੱਡ ਦਿੱਤੀ ਤੇ ਅਸੀਂ ਬਹੁਤ ਵੱਡੀ ਗਲਤੀ ਕਰਾਂਗੇ, ਕਿਉਂਕਿ ਸ਼ੇਰ ਵਾਂਗੂ ਅਸੀਂ ਗੌਰਮੈਂਟ ਦੀਆਂ ਰਗਾਂ ਫੜ ਲਈਆਂ ਇਹ ਸੜਕ ਬੰਦ ਕਰਕੇ। ਤੇ ਉਸ ਚੀਜ਼ ਦੇ ਨਾਲ ਸਾਰੀ ਸੰਗਤ ਉੱਥੇ ਸਹਿਮਤ ਹੋਈ। ਸਹਿਮਤ ਹੋਣ ਤੋਂ ਬਾਅਦ ਉਹ ਜਿਹੜਾ ਸੰਘਰਸ਼ ਆ, ਅਸੀਂ ਤਾਂ ਇਹੀ ਸਮਝਦੇ ਵੀ ਮਹੀਨਾ 2 ਮਹੀਨੇ ਚੱਲੂਗਾ। ਜਿਹੜਾ ਤੁਸੀਂ ਦੱਸਿਆ ਸੀ ਵੀ ਕਿੰਨਾ ਕੁ ਚਿਰ ਤੁਸੀਂ ਉਮੀਦ ਕਰਦੇ ਸੀ, ਇਹੀ ਸਟਾਰਟਿੰਗ ਦੇ ਵਿੱਚ ਸਾਡੇ ਇਹੀ ਵਿਚਾਰ ਸੀ ਵੀ ਜ਼ਿਆਦਾ ਤੋਂ ਜ਼ਿਆਦਾ ਮਹੀਨਾ 2 ਮਹੀਨੇ, ਮਗਰ ਇੰਨਾ ਲੰਮਾ ਚੱਲੂਗਾ ਇਹਦੇ ਬਾਰੇ ਸੋਚ ਤਾਂ ਹੌਲੀ ਹੌਲੀ ਮੁੜ ਕੇ ਫਿਰ ਬਣਦੀ ਗਈ। ਔਰ ਲੋਕਾਂ ਦੇ ਨਾਲ ਫਿਰ ਸਾਨੂੰ ਉੱਥੇ ਹਮੇਸ਼ਾ ਜਿੱਦਾਂ ਸਰਕਾਰ ਅੜਦੀ ਗਈ, ਤੁਸੀਂ ਵੀ ਆਪਣੇ ਪੈਰ ਉਸ ਤਰ੍ਹਾਂ ਪੱਕੇ ਕਰਦੇ ਗਏ। ਇਹ ਤਾਂ ਸਾਡੇ 10ਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਸਿਖਾਇਆ ਹੀ ਇਹ ਆ ਕਿ ਭਾਈ ਮੈਦਾਨ ਜਿਹੜਾ ਛੱਡ ਕੇ ਨਹੀਂ ਭੱਜਣਾ। ਔਰ ਸਿੰਘ ਕਦੀ ਵੀ ਜਿਉਂ ਖਾਲਸਾ ਧਰਤੀ ਦੇ ਉੱਤੇ ਪ੍ਰਗਟਿਆ ਪਰਮਾਤਮਾ ਕੀ ਮੌਜੂਦ ਦੇ ਨਾਲ, ਇਹ ਖਾਲਸਾ ਕਦੀ ਪਿੱਛੇ ਭੱਜਣ ਵਾਸਤੇ ਤਾਂ ਨਹੀਂ ਜੀ ਇਹ ਕਦੀ ਵੀ ਲੜਾਈ 'ਚ ਵੜਦਾ। ਇਹ ਮੈਦਾਨ ਛੱਡ ਕੇ ਨਹੀਂ ਭੱਜਦਾ। ਉੱਦਾਂ ਹੀ ਇਹ ਵੀ ਸਾਬਤ ਹੋਇਆ ਕਿ ਇਹ ਜਿਹੜਾ ਅਸੀਂ ਮੋਰਚਾ ਜਿੱਤਿਆ ਹੈ, ਜੇ ਤੁਸੀਂ ਕਹੋ ਕਿ ਇਹ ਮੋਰਚਾ ਇਕੱਲੇ ਲੀਡਰਾਂ ਦੀ ਵਜ੍ਹਾ ਨਾਲ, ਤੇ ਇਹ ਲੀਡਰ ਤਾਂ ਕਦੋਂ ਦੇ ਉੱਥੋਂ ਪਹਿਲੇ ਦਿਨ ਤੋਂ ਹੀ ਭੱਜੂ ਸੀਗੇ। ਕੁਛ ਲੀਡਰ ਤਾਂ ਇਹੋ ਜਿਹਾ ਸੀ ਵੀ ਪਹਿਲੇ ਦਿਨ ਤੋਂ ਹੀ ਭੱਜ ਚੱਲੀਏ। ਇਹ ਮੋਰਚਾ ਜਿੱਤਿਆ ਫਤਿਹ ਹੋਇਆ ਖਾਲਸਿਆਂ ਦੇ ਜਾਲੋ ਜਲਾਲ ਦਾ ਕਰਕੇ। ਜਿਹੜੇ ਨਿਹੰਗਾਂ ਨੇ ਉੱਥੇ ਸੜਕ ਦੇ ਉੱਤੇ ਆਪਣੇ ਤੰਬੂ ਲਾ ਲਿਆ ਸੀ, ਉਹਨਾਂ ਤੋਂ ਬਹੁਤ ਖੌਫ ਸੀਗਾ ਸੈਂਟਰ ਗੌਰਮੈਂਟ ਨੂੰ, ਔਰ ਨਿਹੰਗਾਂ ਤੋਂ ਬਹੁਤ ਡਰਦੀ ਸੀ। ਔਰ ਰਾਜੇਵਾਲ ਤਾਂ ਪਹਿਲੇ ਦਿਨ ਤੋਂ ਹੀ ਇੱਥੇ ਜੀ ਆ ਖਾਲਸੇ ਦਾ ਝੰਡਾ ਨਹੀਂ ਹੋਣਾ ਚਾਹੀਦਾ, ਇੱਥੇ ਨਹੀਂ ਨਿਹੰਗ ਨਹੀਂ ਹੋਣੇ ਚਾਹੀਦੇ, ਇੱਥੇ ਉਹ ਨਹੀਂ ਹੋਣਾ ਚਾਹੀਦਾ, ਇੱਥੇ ਲੱਖਾ ਨਹੀਂ ਹੋਣਾ ਚਾਹੀਦਾ, ਇੱਥੇ ਫਲਾਨਾ ਨਹੀਂ ਹੋਣਾ ਚਾਹੀਦਾ। ਮਤਲਬ ਗੁਰੂ ਕੀ ਲਾਡਲੀਆਂ ਫੌਜਾਂ ਨੂੰ ਰੋਕਣ ਵਾਲਾ ਕੌਣ ਜੰਮਿਆ ਜੀ? ਇਹ ਸਰਦਾਰ ਜੀ ਇਹ ਸਾਬਤ ਹੋ ਗਿਆ। ਜਿੰਨਾ RSS ਸਿੰਘਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀ ਹੈ, ਓਨਾ ਹੀ ਸਿੰਘ ਪੂਰੀ ਦੁਨੀਆ ਦੇ ਵਿੱਚ ਉਸ ਮੇਰੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਪੂਰੇ ਵਰਲਡ ਦੇ ਵਿੱਚ ਜਿਹਨੂੰ ਨਹੀਂ ਸੀ ਪਤਾ ਵੀ ਸਰਦਾਰਾਂ ਦੇ ਲੰਗਰ ਏਡੇ ਏਡੇ ਲੰਮੇ ਸਾਲ ਵੀ ਚੱਲ ਸਕਦੇ ਆ, ਔਰ ਇੱਦਾਂ ਸ਼ਾਂਤਮਈ ਬਗੈਰ ਕੋਈ ਨੁਕਸਾਨ ਗੌਰਮੈਂਟ ਦਾ ਕੀਤਾ, ਬਗੈਰ ਕੋਈ ਅੱਗ ਬੱਸਾਂ ਨੂੰ ਲਾਇਆ, ਇਹ ਸੰਘਰਸ਼ ਜਿੱਤਿਆ ਜਾ ਸਕਦਾ। ਦੁਨੀਆ ਨੂੰ ਪਤਾ ਲੱਗ ਗਿਆ ਜੀ। ਸੰਘਰਸ਼ ਦੇ ਦੌਰਾਨ ਤੁਹਾਨੂੰ ਕੋਈ ਮੈਡੀਕਲ ਦੀ ਘਾਟ ਨਹੀਂ ਆਈ? ਨਹੀਂ ਜੀ, ਮੈਡੀਕਲ ਕੁਛ ਤੇ ਉਹ ਡਾਕਟਰ ਸਾਡੇ ਬਹੁਤ ਹੁਣ ਚਰਚਾ ਦੇ ਉਹਨਾਂ ਦੀਆਂ ਵੀਡੀਓ ਵੀ ਦੇਖੀ ਦੀਆਂ। ਇਹੋ ਜਿਹੇ ਡਾਕਟਰਾਂ ਦੇ ਬਹੁਤ ਬਹੁਤ ਧੰਨਵਾਦ, ਬਹੁਤ ਸ਼ਾਬਾਸ਼। ਉਹਨਾਂ ਦੀ ਬਦੌਲਤ ਇਹ ਜਿਹੜਾ ਫ੍ਰੀ ਡਾਕਟਰੀ ਪੇਸ਼ਾ ਦਾ ਲੰਗਰ ਜਿਹੜਾ ਉਹ ਵੀ ਲੰਗਰ ਹੀ ਅਸੀਂ ਕਵਾਂਗੇ, ਮੈਡੀਸਨ ਦਾ ਲੰਗਰ ਔਰ ਫ੍ਰੀ ਜਿਹੜਾ ਚੈੱਕਅਪ ਦਾ ਲੰਗਰ ਔਰ ਫ੍ਰੀ ਉਹਨਾਂ ਵੱਲੋਂ ਜਿਹੜੀ ਸੇਵਾ ਕੀਤੀ ਗਈ ਹੈ, ਮੈਂ ਕਹਿੰਦਾ ਇੱਕ ਵਿਲੱਖਣ ਸੇਵਾ ਦੁਨੀਆ ਦੇ ਵਿੱਚ ਸ਼ਾਇਦ ਹੋਰ ਕਿਤੇ ਤੁਹਾਨੂੰ ਕਿਸੇ ਵੀ ਧਰਨੇ ਦੇ ਵਿੱਚ ਇੱਦਾਂ ਦੀ ਸੇਵਾ ਨਾ ਮਿਲੀ ਹੋਵੇ ਜਿਹੜੀ ਉਹ ਸਾਡੇ ਡਾਕਟਰ ਸਾਹਿਬ ਨੇ ਉੱਥੇ ਕੀਤੀ। ਡਾਕਟਰ ਸਾਹਿਬ ਤੋਂ ਬਗੈਰ ਹੋਰ ਜਿਹੜਾ ਖਾਲਸਾ ਏਡ ਵਾਲੇ ਸੀਗੇ ਜਾਂ ਗੁਰਦੁਆਰਾ ਸਾਹਿਬ ਤੋਂ ਵੀ ਬਹੁਤ ਸਾਰੇ ਲੰਗਰ। ਇੱਥੇ ਵੀ ਕਪੂਰਥਲੇ ਜਦੋਂ ਅਸੀਂ ਸੰਘਰਸ਼ ਕਰਦੇ ਹਾਂ, ਜਦੋਂ ਵੀ ਅਸੀਂ ਇੱਥੇ ਕੋਈ ਪ੍ਰੋਗਰਾਮ ਬਣਾਉਂਦੇ ਹਾਂ ਤਾਂ ਕਿਸੇ ਨਾ ਕਿਸੇ ਗੁਰਦੁਆਰਿਓਂ ਲੰਗਰ ਬਣ ਕੇ ਆਉਂਦਾ। ਜੇ ਤੁਸੀਂ ਉੱਥੇ ਬਹੁਤ ਸਾਰੇ ਲੋਕਾਂ ਨੇ ਇਹ ਵੀ ਇੱਕ ਲੜਾਈ ਪਾਉਣ ਦੀ ਕੋਸ਼ਿਸ਼ ਕੀਤੀ ਕਿ ਵੀ ਇਹ ਇੱਥੇ ਖਾਲਸਿਆਂ ਦਾ ਕੁਛ ਲੈਣਾ ਦੇਣਾ ਨਹੀਂ ਹੈ ਤੇ ਇਹ ਤਾਂ ਸਾਰੇ ਕਮਿਊਨਿਸਟੀਆਂ ਦੀ ਵਜ੍ਹਾ ਦੇ ਨਾਲ। ਜੇ ਮੈਂ ਕਿਸੇ ਨੂੰ ਵੀ ਮਾੜਾ ਨਹੀਂ ਕਹਾਂਗਾ, ਕਮਿਊਨਿਸਟੀਆਂ ਦਾ ਆਪਣਾ ਰੋਲ ਸੀ, ਖਾਲਸਿਆਂ ਦਾ ਇੱਕ ਆਪਣਾ ਰੋਲ ਸੀ, ਔਰ ਨਿਹੰਗ ਸਿੰਘਾਂ ਦਾ ਇੱਕ ਆਪਣਾ ਰੋਲ ਸੀ, ਸੇਵਾ ਕਰਨ ਵਾਲਿਆਂ ਦਾ ਇੱਕ ਆਪਣਾ ਰੋਲ ਸੀ ਤੇ ਸੇਵਾ ਕਰਾਉਣ ਵਾਲਿਆਂ ਦਾ ਇੱਕ ਆਪਣਾ ਰੋਲ ਸੀ। ਸਾਰੇ ਹੀ ਲੋਕਾਂ ਦਾ ਇਹ ਜਿਹੜਾ ਸਮੂਹ ਇਕੱਠਾ ਹੋ ਕੇ ਇਹ ਅਸੀਂ ਜਿੱਤ ਇੱਕ ਜੀ ਇੱਕ ਹੋਰ ਵੱਖਰਾ ਲੰਗਰ ਚੱਲਿਆ, ਹਾਂਜੀ, ਜਿਹੜਾ ਕਿ ਉੱਥੇ ਲਾਇਬ੍ਰੇਰੀਆਂ ਚਲਾਈਆਂ ਗਈਆਂ। ਬਿਲਕੁਲ ਜੀ, ਲਾਇਬ੍ਰੇਰੀਆਂ ਦੇ ਨਾਲ ਉੱਥੇ ਜਿਹੜੇ ਗਰੀਬ ਤਬਕਾ ਜਿਹੜਾ ਉਸ ਮਹੱਲੇ ਦਾ, ਉਹਨਾਂ ਦੇ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਸਕੂਲ ਤੱਕ ਸਾਡੇ ਜਿਹੜੇ ਨੌਜਵਾਨ ਬੱਚੇ ਬੱਚੀਆਂ ਉਹਨਾਂ ਨੇ ਸਕੂਲ ਵੀ ਉੱਥੇ ਸਾਬਤ ਕਰ ਦਿੱਤੇ ਆਪਣੇ, ਔਰ ਰੋਜ਼ 2 ਟਾਈਮ ਉਹਨਾਂ ਬੱਚਿਆਂ ਨੂੰ ਪੜ੍ਹਾਉਂਦੇ ਸੀ, ਨਾਲ ਫ੍ਰੀ ਉਹਨਾਂ ਨੂੰ ਜਿਹੜਾ ਖਾਣਾ ਜਿਹੜਾ ਉਹ ਵੀ ਦਿੱਤਾ ਜਾਂਦਾ। ਹਰਭਜਨ ਸਿੰਘ ਜੀ, ਪਰਮਾਤਮਾ ਦੀ ਕਿਰਪਾ ਨਾਲ ਮੋਰਚਾ ਜਿੱਤਿਆ ਗਿਆ। ਹਾਂਜੀ, ਹੁਣ ਕੀ ਜਿਹੜੀਆਂ ਰਾਜਨੀਤਿਕ ਪਾਰਟੀਆਂ ਆ ਉਹ ਕਿਸਾਨ ਲੀਡਰਾਂ ਨੂੰ ਪਾੜਨ ਦੀ ਕੋਸ਼ਿਸ਼ ਕਰਨਗੀਆਂ ਤੇ ਆਪੋ ਆਪਣੀ ਪਾਰਟੀ ਵਿੱਚ ਲਿਆਉਣ ਦੀ ਕੋਸ਼ਿਸ਼ ਕਰਨਗੀਆਂ? ਇਸ ਬਾਰੇ ਤੁਸੀਂ ਕੀ ਸੋਚਦੇ ਹੋ? ਇਹਦੇ ਬਾਰੇ ਇਹ ਤੇ ਸੰਘਰਸ਼ ਮੋਰਚਾ ਲੱਗਣ ਤੋਂ ਪਹਿਲਾਂ ਹੀ ਕੁਝ ਲੀਡਰ ਜਿਹੜੇ ਸੀਗੇ ਨਾ ਉਹ ਅਕਾਲੀਆਂ ਨਾਲ ਸੰਬੰਧਿਤ, ਕੁਝ ਲੀਡਰ ਕਾਂਗਰਸ ਦੇ ਨਾਲ ਸੰਬੰਧਿਤ ਤੇ ਕੁਝ ਲੀਡਰ ਆਮ ਪਾਰਟੀ ਦੇ ਵੀ ਕਹਿ ਸਕਦੇ ਹਾਂ, ਇਹ ਆਪਸ ਵਿੱਚ ਪਹਿਲਾਂ ਤੋਂ ਵੀ ਹੈਗਾ। ਤੇ ਹੁਣ ਜਿਹੜਾ ਮੌਕੇ ਦਾ ਅੱਜ ਕੱਲ੍ਹ ਜੋ ਮੈਂ ਦੇਖ ਰਿਹਾ ਆਪਣੇ ਸੋਸ਼ਲ ਮੀਡੀਆ 'ਤੇ ਵੀ
ਤੇ ਟੀਵੀ ਚੈਨਲਾਂ ਤੇ ਵੀ। ਇੱਕ ਰਾਜੇਵਾਲ ਸਾਹਿਬ ਤੇ ਡੱਲੇਵਾਲ ਸਾਹਿਬ ਦਾ ਜਿਹੜਾ ਆਪਸ ਵਿੱਚ ਇੱਕ ਤੂੰ ਮੈਂ ਜਿਹੜੀ ਸ਼ੁਰੂ ਹੋ ਗਈ ਆ, ਉਹਦੇ ਪਿੱਛੇ ਮੇਨ ਕਾਰਨ ਹੀ ਇਹ ਆ ਕਿ ਉਹ ਜਿਹੜਾ ਰਾਜੇਵਾਲ ਆ ਨਾ, ਉਹ ਪਹਿਲੇ ਦਿਨ ਤੋਂ ਹੀ ਬੜੀਆਂ ਪਾਰਟੀਆਂ ਦੇ ਨਾਲ ਜੁੜਿਆ ਰਿਹਾ। ਉਹਦੀਆਂ ਤੁਸੀਂ ਜੇ ਫੋਟੋਆਂ ਤਸਵੀਰਾਂ ਦੇਖਣਾ ਚਾਹੁੰਦੇ ਤਾਂ ਉਹ ਸੋਸ਼ਲ ਮੀਡੀਆ 'ਤੇ ਪਈਆਂ। ਉਹ ਇੱਥੇ ਦੇ ਜਿਹੜੇ DI ਲੱਗਦੇ ਰਹੇ ਉਹਨਾਂ ਦੇ ਨਾਲ ਵੀ ਜੁੜਿਆ ਰਿਹਾ, ਅਕਾਲੀਆਂ ਨਾਲ ਵੀ ਜੁੜਿਆ ਰਿਹਾ। ਤੇ ਉੱਥੇ ਵੀ ਉਹਦੀਆਂ ਸਟੇਜ ਤੋਂ ਕਦੀ ਜੀ ਹਰਿਆਣੇ ਵਾਲੇ ਗਲਤ ਆ, ਫਲਾਣਾ ਧਮਕੜਾ, ਇੱਦਾਂ ਦੀਆਂ ਉਹ ਗਲਤ ਗੱਲਾਂ ਬਾਤਾਂ ਕਰਕੇ ਤੇ ਉਹ ਸੰਘਰਸ਼ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਰਿਹਾ। ਅੱਜ ਕੱਲ੍ਹ ਉਹ ਡੱਲੇਵਾਲ ਸਾਹਿਬ ਤੇ ਉਹ ਕਿੰਤੂ ਪਰੰਤੂ ਕਰ ਰਹੇ ਆ। ਇਹ ਗੌਰਮੈਂਟਾਂ ਦਾ ਤੇ ਇਹ ਇਸ ਪਾਸੇ ਪੂਰਾ ਜ਼ੋਰ ਲੱਗਾ ਹੋਇਆ ਕਿ ਇਹ ਸਾਡੇ ਵਿੱਚ ਆ ਕੇ, ਜਿੱਥੋਂ ਕਿ ਹੁਣ BJP ਪਾਰਟੀ ਜਿਹੜੀ ਹੈ, ਤੁਹਾਨੂੰ ਪਤਾ ਹੀ ਹੈ ਕਿ ਕਿੰਨੇ, ਜੇ ਤਾਂ ਕੋਈ ਉੱਦਾਂ ਹੀ ਮਿਲ ਜਾਂਦਾ ਤਾਂ ਵੀ ਠੀਕ ਹੈ, ਜੇ ਨਹੀਂ ਮਿਲਦਾ ਤਾਂ ਉਹਨੂੰ ਉਹ CID ਜਾਂ CBI ਸੀ ਉਹਨੂੰ ਡਰਾਵਾ ਧਮਕਾ ਦੇ ਕੇ ਕੁਛ ਉਹਨੂੰ ਆਪਣੇ ਨਾਲ ਰਲਾਉਣ ਦੀ ਕੋਸ਼ਿਸ਼ ਕਰ ਰਿਹਾ, ਔਰ ਰਲ ਵੀ ਰਿਹਾ ਕੁਝ ਲੋਕ ਜਿਹੜੇ ਡਰਪੋਕ ਲੋਕ ਆ ਉਹਨਾਂ ਦੇ ਨਾਲ ਰਲ ਵੀ ਰਿਹਾ, ਜਾ ਵੀ ਰਿਹਾ। ਇਹ ਹੁਣ ਸਾਰੀਆਂ ਪਾਰਟੀਆਂ ਕਰਨਗੀਆਂ, ਇਹ ਲੀਡਰਾਂ ਨੂੰ ਖਿੱਚਣ ਦੀ ਕੋਸ਼ਿਸ਼ ਤਾਂ ਉਹ ਜ਼ਰੂਰ ਕਰਨਗੀਆਂ ਜੀ। ਸਰਦਾਰ ਹਰਭਜਨ ਸਿੰਘ ਜੀ, ਜੋ ਕਿ ਇਲੈਕਸ਼ਨਾਂ ਲਾਗੇ ਆ ਗਈਆਂ ਤੇ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਆ, ਉਹ ਲੋਕਾਂ ਨੂੰ ਆਪਣੇ ਨਾਲ ਜੋੜਨ ਲਈ ਦਾਲ ਆਟਾ ਸਕੀਮ, ਰਸੋਈ ਖਰਚਾ, ਸਿਲੰਡਰ ਗੈਸ ਫਰੀ, ਇਸ ਤਰ੍ਹਾਂ ਦੇ ਲਾਰੇ ਲਾ ਕੇ ਲੋਕਾਂ ਨੂੰ ਪੱਟਣਾ ਚਾਹੁੰਦੇ ਆ। ਆਪਣੀ ਕੁਰਸੀ ਪ੍ਰਾਪਤ ਕਰਨ ਵਾਸਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਕੁਛ ਨਾ ਕੁਛ ਖੇਡ ਰਹੀਆਂ ਆ। ਤੁਹਾਡਾ ਉਸ ਬਾਰੇ ਕੀ ਵਿਚਾਰ ਆ? ਮਹਾਰਾਜ ਸਰਦਾਰ ਜੀ, ਹੋਣਾ ਤਾਂ ਇੱਦਾਂ ਚਾਹੀਦਾ ਸੀ ਕਿ ਸਾਡੀਆਂ ਜਿਹੜੀਆਂ ਗੌਰਮੈਂਟਾਂ ਸਰਕਾਰਾਂ ਉਹ ਪੜ੍ਹੀਆਂ ਲਿਖੀਆਂ ਬੰਦੇ ਹੁੰਦੇ, ਉਹ ਪੜ੍ਹੇ ਲਿਖੇ ਲੋਕ ਹੁੰਦੇ, ਔਰ ਜ਼ਰੂਰਤ ਸਾਨੂੰ ਸੀਗੀ ਬਹੁਤ ਸੋਹਣੇ ਹੌਸਪੀਟਲਾਂ ਦੀ, ਵੱਡੇ ਵੱਡੇ ਹੌਸਪੀਟਲਾਂ ਦੀ, ਵੱਡੀਆਂ ਵੱਡੀਆਂ ਯੂਨੀਵਰਸਿਟੀਆਂ ਦੀ। ਸਾਡੇ ਬੱਚੇ ਜਿਹੜੇ ਬਹੁਤ ਸੋਹਣੇ ਪੜ੍ਹ ਲਿਖ ਕੇ ਆਪਣੀ ਕਮਾਈ ਆਪ ਕਰ ਸਕਦੇ। ਜ਼ਰੂਰਤ ਸੀਗੀ ਸਾਨੂੰ ਜਿਹੜਾ ਧਰਤੀ ਦੇ ਥੱਲੇ ਹੋ ਰਿਹਾ ਗੰਧਲਾ ਪਾਣੀ ਉਹਨੂੰ ਸਾਫ਼ ਸੁਥਰਾ ਬਣਾਉਣ ਦੀ। ਜ਼ਰੂਰਤ ਸੀਗੀ ਸਾਨੂੰ ਕਿ ਸਾਡਾ ਜਿਹੜਾ ਸਮਾਜ ਆ ਇੱਕ ਕਰਪਸ਼ਨ ਰਹਿਤ ਔਰ ਪੜ੍ਹਿਆ ਆਮ, ਜਿੱਦਾਂ ਦੂਸਰੇ ਯੂਰਪ ਦੇ ਕੰਟਰੀਆਂ ਹੀ ਇੱਥੋਂ ਉੱਥੇ ਜਾ ਕੇ ਸਾਨੂੰ ਜ਼ਰੂਰਤ ਇਹੋ ਜਿਹੀ ਸੀ ਕਿ ਸਾਡਾ ਇਹ ਮੁਲਕ ਜਿਹੜਾ ਉਹੋ ਜਿਹਾ ਮੁਲਕਾਂ ਦਾ ਟਾਕਰਾ ਕਰਦਾ। ਅਤੇ ਉਹ ਨਾ ਕਰਦੇ ਹੋਏ ਲੀਡਰ ਸਾਡੇ ਵਿੱਚ 2 ਕਿਲੋ ਚੌਲ, ਕਿਲੋ ਦਾਲ, ਕਿਲੋ ਖੰਡ ਅਤੇ ਕੁਛ ਕਹਿੰਦਾ ਕਿ ਮੈਂ ਟੋਕਰੀ ਵਾਲਾ ਸਾਈਕਲ ਦੇ ਦੂੰ। ਕੁਛ ਲੀਡਰ ਇਹੋ ਜਿਹਾ ਹੈ ਕਿ ਗੁਟਕਾ ਸਾਹਿਬ ਫੜ ਕੇ ਹੱਥ ਦੇ ਵਿੱਚ ਉਹ ਕਹਿੰਦੇ ਰਹਿ ਕਿ ਅਸੀਂ ਜੀ ਤੁਹਾਡਾ ਨਸ਼ਾ 4 ਹਫ਼ਤਿਆਂ 'ਚ ਖ਼ਤਮ ਕਰ ਦਿਆਂਗੇ। ਇਹ ਜਿਹੜੀਆਂ ਨਾ ਪੂਰੀਆਂ ਹੋਣ ਵਾਲੀਆਂ ਚੀਜ਼ਾਂ ਉਹ ਸਮਾਜ ਦੇ ਵਿੱਚ ਫੈਲਾਈਆਂ ਜਾ ਰਹੀਆਂ, ਸਿਰਫ ਅਤੇ ਸਿਰਫ ਵੋਟਾਂ ਦੇ ਇੱਕ ਸਟੰਟ ਹੈ। ਜਿੱਦਾਂ ਕਿ BJP ਵੀ ਕਹਿੰਦੀ 15-15 ਲੱਖ ਰੁਪਈਆ ਅਕਾਊਂਟ ਦੇ ਵਿੱਚ ਆ ਜੂ, ਅਤੇ ਮੁੜ ਕੇ ਕਹਿੰਦੇ ਆਪ ਹੀ ਉਹਨਾਂ ਦਾ ਬੰਦਾ ਜਿਹੜਾ ਮੇਨ ਹੈ ਉਹ ਕਹਿੰਦਾ ਜੀ ਇਹ ਤਾਂ ਜੁਮਲੇ ਹੁੰਦੇ ਆ। ਇਹ ਸਾਰੇ ਲੋਕ ਜੁਮਲੇਬਾਜ਼ੀ ਹੈ ਔਰ ਇਹ ਕਿਸੇ ਨੂੰ ਮਿਲਣਾ ਮਿਲਾਉਣਾ ਕੁਛ ਨਹੀਂ ਹੈ। ਜੇ ਤੁਸੀਂ ਮੰਨ ਲਓ ਕਿ ਸਾਡਾ 2-2.5 ਕਰੋੜ ਬੰਦਾ, ਉਹਦੇ ਵਿੱਚੋਂ 5-7 ਹਜ਼ਾਰ ਬੰਦਿਆਂ ਨੂੰ ਇਹ ਚੀਜ਼ ਮਿਲ ਵੀ ਗਈ ਤੇ ਉਹ ਕੋਈ ਐਡੀ ਗੱਲ ਨਹੀਂ। ਗੱਲ ਹੈਗੀ ਹੈ ਮੇਨ ਕਿ ਸਾਡਾ ਸਮਾਜ ਸਾਫ਼ ਅਤੇ ਸੁਥਰਾ ਕਿੱਦਾਂ ਹੋ ਸਕਦਾ। ਪੀਣ ਵਾਲਾ ਪਾਣੀ ਜਿਹੜਾ ਸਾਡਾ ਖਰਾਬ ਹੋ ਰਿਹਾ, ਉਹਦੀਆਂ ਨਹਿਰਾਂ ਦਾ ਸਿਸਟਮ ਜਿਹੜਾ ਪੰਜਾਬ ਦੇ ਕੋਲੋਂ ਖੋਹ ਲਿਆ ਗਿਆ, ਦਰਿਆ ਪੰਜਾਬ ਦੇ ਕੋਲੋਂ ਖੋਹ ਲਿਆ ਗਿਆ, ਉਹ ਦੁਬਾਰਾ ਅਸੀਂ ਕਿੱਦਾਂ ਪ੍ਰਾਪਤ ਕਰ ਸਕਦੇ ਹਾਂ। ਇੱਕ ਵੀ ਲੀਡਰ, ਹੁਣ ਤੁਸੀਂ ਜਿੰਨੀਆਂ ਵੀ ਮਸ਼ਹੂਰੀਆਂ ਇਹਨਾਂ ਦੀਆਂ ਦੇਖ ਰਹੇ ਹੋ TV ਦੇ ਵਿੱਚ, ਕਰੋੜਾਂ ਅਰਬਾਂ ਰੁਪਈਆ TV ਦੀਆਂ ਮਸ਼ਹੂਰੀਆਂ ਦੇ ਉੱਤੇ ਇਹ ਲੋਕ ਲਾ ਰਹੇ ਆ, ਉਹ ਸਾਰਾ ਸਾਡੇ ਟੈਕਸ ਦਾ ਪੈਸਾ ਹੈ, ਸਾਡੇ ਕੋਲੋਂ ਕਰਾਇਆ ਹੋਇਆ। ਤੇਲ ਅਤੇ ਪੈਟਰੋਲ ਮਹਿੰਗਾ ਕਰਕੇ ਸਾਡੇ ਤੋਂ ਇਕੱਠਾ ਕੀਤਾ ਹੋਇਆ, ਸਾਰੀਆਂ ਚੀਜ਼ਾਂ 'ਤੇ 4 ਗੁਣਾ ਟੈਕਸ ਲਾ ਕੇ ਸਾਡੇ ਤੋਂ ਇਕੱਠੇ ਕੀਤੇ ਹੋਏ ਪੈਸੇ ਉਹ ਮਸ਼ਹੂਰੀਆਂ ਦੇ ਉੱਤੇ ਲਾ ਕੇ ਸਾਨੂੰ ਵਰਗਲਾ ਕੇ ਥੋੜ੍ਹੀਆਂ ਜਿਹੀਆਂ ਚੀਜ਼ਾਂ ਦਾ ਲਾਲਚ ਦੇ ਕੇ ਉਹ ਸਾਨੂੰ ਉਹ ਦੁਬਾਰਾ ਉੱਥੇ ਵੋਟਾਂ ਉਹਨਾਂ ਲੈਣੀਆਂ। ਔਰ ਮੈਂ ਸਵਾਲ ਕਰਦਾ ਆਮ ਜਨਤਾ ਦੇ ਸਾਹਮਣੇ, ਸੰਗਤ ਦੇ ਸਾਹਮਣੇ ਸਵਾਲ ਕਰਦਾ ਕੀ 2-3 ਕਿਲੋ ਕਣਕ, 2-4 ਕਿਲੋ ਤੁਹਾਡੀ ਜਿਹੜੀ ਆ ਚੌਲ ਅਤੇ 2 ਕਿਲੋ ਦਾਲ, ਤੁਹਾਡਾ ਸਾਰੀ ਜ਼ਿੰਦਗੀ ਪੂਰੀ ਬਤੀਤ ਹੋ ਜਾਊਗੀ ਉਹਦੇ ਤੋਂ। ਸਾਨੂੰ ਸਾਡੇ ਬੱਚਿਆਂ ਨੂੰ ਬਣਦੇ ਹੱਕ ਦਿਓ, ਉਹਨਾਂ ਨੂੰ ਬਣਦੀਆਂ ਜਿਹੜੀਆਂ ਉਹਨਾਂ ਦੀਆਂ ਨੌਕਰੀਆਂ, ਜੋ ਉਹਨਾਂ ਡਿਗਰੀਆਂ ਕੀਤੀਆਂ। ਤੁਸੀਂ ਦੇਖਿਆ ਹੋਣਾ ਪਹਿਲਾਂ ਸੁਖਬੀਰ ਬਾਦਲ 10 ਸਾਲ ਮਾਸਟਰਾਂ ਦੇ ਡਾਂਗਾ ਮਾਰਦਾ ਰਿਹਾ, ਹੁਣ 5 ਸਾਲ ਇਹਨਾਂ ਨੂੰ ਹੋ ਗਏ ਆ। ਹੁਣ ਤਾਂ ਤਾਜ਼ੀਆਂ ਹਜੇ ਵੀ ਡਾਂਗਾ ਵੱਜਾਂ। ਕੱਲ੍ਹ ਪਰਸੋਂ ਹੀ ਇੱਕ DSP ਨੇ ਉਹ ਜਿਹੜਾ ਬੱਸ ਦੇ ਵਿੱਚ ਹੁੱਜਾਂ ਮਾਰੀਆਂ, ਅਤੇ ਤੁਸੀਂ ਹੁਣ ਇਹ ਹਿਸਾਬ ਲਾ ਲਓ ਕਿ ਜਿਹੜਾ ਕਿਲੋ ਕਣਕ ਮਿਲਣੀ ਉਹਦੇ ਨਾਲ ਇਹ ਹੁੱਜਾਂ ਵੀ ਮਿਲਣੀਆਂ, ਕਿ ਤੁਸੀਂ ਇੱਦਾਂ ਦੀਆਂ ਹੁੱਜਾਂ ਗਾਂ 5 ਸਾਲ ਫੇਰ ਖਾਣੀਆਂ।
ਤੁਸੀਂ ਇੱਕ ਵੀ ਲੀਡਰ ਜਿਹੜਾ ਸਟੇਜ ਦੇ ਤੋਂ ਆ ਕੇ ਇਹ ਨਹੀਂ ਤੁਹਾਨੂੰ ਕਹਿ ਰਿਹਾ ਕਿ ਮੈਂ ਤੁਹਾਡੇ ਪਿੰਡ ਦੇ ਵਿੱਚ ਦੀ ਇੱਕ ਨਹਿਰ ਕੱਢ ਦਿਆਂਗਾ ਜਿਹੜਾ ਕਿ ਪਾਣੀ ਸ਼ੀਸ਼ੇ ਵਰਗਾ ਸਾਫ਼ ਸੁਥਰਾ ਹੋਏਗਾ ਔਰ ਮੇਰੇ ਪਿੰਡ ਦੇ ਲੋਕ ਜਿਹੜੇ ਆ ਉਹ ਇੱਕ ਅੰਮ੍ਰਿਤ ਰੂਪੀ ਜਲ ਜਿਹੜਾ ਉਹ ਵਰਤ ਸਕਣਗੇ ਆਪਣੀ ਪੈਲੀਆਂ 'ਚ, ਅੰਮ੍ਰਿਤ ਰੂਪੀ ਜਿਹੜੀ ਸਾਡੀ ਫਸਲ ਤਿਆਰ ਕਰ ਸਕਣਗੇ। ਜ਼ਹਿਰਾਂ ਪਾ ਕੇ ਅਸੀਂ ਪੈਦਾ ਕਰਦੇ ਹਾਂ, ਜ਼ਹਿਰਾਂ ਹੀ ਅਸੀਂ ਖਵਾਈ ਤੁਰੇ ਜਾਂਦੇ ਹਾਂ, ਮੁੜ ਕੇ ਹਸਪਤਾਲਾਂ ਦੇ ਵਿੱਚ ਦਾਖਲ ਹੋ ਜਾਂਦੇ ਹਾਂ। ਇਹ ਕਹਿੰਦੇ ਲੋਕਾਂ ਨੇ ਇੱਕ ਸਰਕਲ ਜਿਹਾ ਬਣਾ ਲਿਆ ਹੈ ਕਿ ਸਾਨੂੰ ਹੀ ਲੁੱਟਣਾ ਹੈ, ਸਾਡੇ 'ਤੇ ਟੈਕਸ ਲਾ ਕੇ ਸਾਡੇ ਕੋਲੋਂ ਪੈਸੇ ਇਕੱਠੇ ਕਰ ਰਹੇ ਆ। ਉਹਨਾਂ ਪੈਸਿਆਂ ਦੇ ਵਿੱਚੋਂ ਕਰੋੜਾਂ ਅਰਬਾਂ ਰੁਪਈਆ ਇਕੱਠਾ ਕਰਕੇ ਥੋੜ੍ਹੇ ਜਿਹੇ ਪੈਸੇ ਸਾਡੇ ਉੱਤੇ ਦੁਬਾਰਾ ਉਹਨਾਂ ਨੇ ਖਰਚ ਦੇਣੇ ਆ। ਉਹਨੇ ਵਿੱਚ ਹੀ ਉਹਨਾਂ ਕਹਿਣਾ ਜੀ ਅਸੀਂ ਬੱਲੇ ਆਹ ਕਰ ਦਿੱਤਾ, ਅਸੀਂ ਆਹ ਕਰ ਦਿੱਤਾ। ਹੁਣ ਮੈਂ ਇੱਕ ਛੋਟਾ ਜਿਹਾ ਤੁਹਾਨੂੰ ਹੋਰ ਦੱਸ ਦਿਆਂ, ਇਹ ਜਿਹੜੀਆਂ ਸੜਕਾਂ ਬਣ ਰਹੀਆਂ ਉਹਦਾ ਟੈਕਸ ਜਿਹੜਾ ਗੱਡੀ ਜਦੋਂ ਨਵੀਂ ਅਸੀਂ ਖਰੀਦਦੇ ਆ, ਜਿਹੜੀ ਗੱਡੀ ਸਾਡੀ 5 ਲੱਖ ਦੀ ਸਾਨੂੰ ਘਰੇ ਪੈਂਦੀ ਆ, ਉਹਦੀ ਅਸਲੀ ਕੀਮਤ ਪੌਣੇ 2 ਲੱਖ 1,75,000 ਹੀ ਹੁੰਦੀ ਹੈ। ਬਾਕੀ ਦਾ 1,20,25,000 ਰੋਡ ਟੈਕਸ ਪੰਜਾਬ ਗੌਰਮੈਂਟ ਲੈਂਦੀ ਆ, ਇੰਨਾ ਹੀ ਸੈਂਟਰ ਗੌਰਮੈਂਟ ਲੈਂਦੀ ਆ। ਉਹ 2 ਤਰ੍ਹਾਂ ਦੇ ਰੋਡ ਟੈਕਸ ਪਾ ਕੇ ਉਹਦੇ ਬਾਅਦ ਵਿੱਚ ਹੋਰ ਕਈ ਤਰ੍ਹਾਂ ਦੇ ਟੈਕਸ ਪਾ ਕੇ ਉਹ ਗੱਡੀ 5.5 ਲੱਖ ਦੀ ਕਰ ਦਿੱਤੀ ਜਾਂਦੀ ਹੈ। ਅਤੇ ਜੇ ਮੈਨੂੰ 3 ਕਿਲੋ ਮੈਂ ਇੱਕ ਗੱਡੀ ਲਿਆਂਦੀ ਆ 3 ਲੱਖ ਰੁਪਈਆ ਇਹਨਾਂ ਨੂੰ ਦੇ ਕੇ, ਮੈਨੂੰ 2-3 ਕਿਲੋ ਇਹਨਾਂ ਦਾਲ ਕਣਕ ਦੇ ਵੀ ਦਿੱਤੀ, ਮਗਰ ਮੈਨੂੰ ਲੁੱਟਿਆ ਕਿੰਨਾ, ਇਹ ਦੇਖਣ ਦਾ ਹੁਣ ਜਿਹੜਾ ਸਮਾਂ ਆ ਗਿਆ ਹੈ, ਇਹ ਦੇਖਣਾ ਬਣਦਾ ਹੈ। ਇਸ ਤਰ੍ਹਾਂ ਸਾਡਾ ਵਿਚਾਰ ਇਹ ਆ ਬਈ ਮੁਲਾਜ਼ਮਾਂ ਦਾ ਜਿਹੜਾ ਗਲ ਉਹੀ ਆ, ਗਲ ਘੁੱਟਣ ਵਾਲੇ ਗੂਠੇ ਹੀ ਸਿਰਫ ਬਦਲਦੇ ਆ। ਇਹ ਬਦਲਦੇ ਰਹਿਣਗੇ ਜਿੰਨਾ ਚਿਰ ਅਸੀਂ ਸੂਝਵਾਨ ਨਾ ਹੋਏ। ਇਹ ਲੋਕ ਇਹਨਾਂ ਦੇ ਆਪਸ ਵਿੱਚ ਰਿਸ਼ਤੇਦਾਰੀ ਆ, ਇਹਨਾਂ ਦਾ ਆਪਸ ਵਿੱਚ ਬਹੁਤ ਗੂੜਾ ਸੰਬੰਧ ਆ। ਇਹ ਲੋਕ ਸਟੇਜ ਦੇ ਉੱਤੇ ਆ ਕੇ ਇੱਕ ਦੂਜੇ ਨੂੰ ਗਾਲਾਂ ਕੱਢਦੇ ਆ। ਸਾਨੂੰ ਲੱਗਦਾ ਹੈ ਕਿ ਇਹ ਵਾਕਈ ਬਹੁਤ ਦੁਸ਼ਮਣ ਆ ਇੱਕ ਦੂਸਰੇ ਦੇ। ਇੱਕ ਸ਼ਾਇਰ ਹੋਇਆ, ਉਹਨੇ ਲਿਖਿਆ ਹੈ, ਉਹਨੇ ਕਿਹਾ ਕਿ ਇਹ ਗੌਰਮੈਂਟਾਂ ਐਡਾ ਵੱਡਾ ਝੂਠ ਬੋਲਦੀਆਂ ਆ, ਐਡਾ ਵੱਡਾ ਝੂਠ ਬੋਲਦੀਆਂ ਕਿ ਆਮ ਬੰਦੇ ਨੂੰ ਲੱਗਦਾ ਕਿ ਇਹ ਸੱਚ ਆ। ਵੀਰੇ ਉਹ ਸੱਚ ਨਹੀਂ ਹੁੰਦਾ। ਇਹ ਜੋ ਕੁਝ ਵੀ ਸਟੇਜ ਤੋਂ ਕਹਿੰਦੇ ਆ ਨਾ ਵੀ ਤੁਹਾਨੂੰ ਅਸੀਂ 200 ਯੂਨਿਟ ਦਿਆਂਗੇ, ਕੋਈ ਕਹਿੰਦਾ ਮੈਂ ਤੁਹਾਨੂੰ 400 ਯੂਨਿਟ ਦਿਆਂਗੇ, ਇੱਕ ਆਇਆ ਉਹ ਕਹਿੰਦਾ ਤੁਹਾਨੂੰ 1000 ਰੁਪਈਆ ਦਿਆਂਗੇ, ਕੋਈ ਆਉਂਦਾ ਉਹ ਕਹਿੰਦਾ ਜੀ ਨਹੀਂ ਮੈਂ 2000 ਦਊਂਗਾ। ਇਹ ਸਾਰਾ ਕੁਝ ਪਹਿਲਾਂ ਲੁੱਟਣਾ ਤੁਹਾਡੇ ਤੋਂ ਆ। ਜਾਂ ਤਾਂ ਆਪਣੇ ਘਰ ਦੀ ਖੇਤੀ ਬੀਜਦੇ ਹੋਣ, ਕੋਈ ਗੰਢਿਆਂ ਦੀ, ਕੋਈ ਗਾਜਰ ਦੀ, ਕੋਈ ਕਣਕ, ਕੋਈ ਝੋਨਾ, ਉਹਦੇ ਵੇਚ ਕੇ ਪੈਸੇ ਇਕੱਠੇ ਕਰਕੇ ਉਹਦੇ ਵਿੱਚੋਂ ਸਾਨੂੰ ਇਹ ਦੇਣ, ਫਿਰ ਤਾਂ ਅਸੀਂ ਮੰਨੀਏ ਕਿ ਭਾਈ ਤੁਸੀਂ ਸਾਨੂੰ ਦੇ ਰਹੇ। ਜੇ ਤੁਸੀਂ 1000 ਰੁਪਈਆ ਸਾਡੀਆਂ ਬੀਬੀਆਂ ਨੂੰ ਦੇਣਾ ਹੈ ਜਾਂ 2000 ਦੇਣਾ ਹੈ, 400 ਯੂਨਿਟ ਸਾਨੂੰ ਤੁਸੀਂ ਦੇਣੀ ਹੈ, ਅਤੇ ਉਹ ਭਾਈ ਜੇ ਸਾਡੇ ਕੋਲ ਪੈਟਰੋਲ ਦੇ ਰਾਹੀਂ ਤੁਸੀਂ 41 ਰੁਪਈਏ ਲੀਟਰ ਮਗਰ ਪੰਜਾਬ ਗੌਰਮੈਂਟ ਲੈ ਰਹੀ ਆ, 20-21 ਰੁਪਈਏ ਸੈਂਟਰ ਗੌਰਮੈਂਟ ਲੈ ਰਹੀ ਆ, ਉਹਦੇ ਬਾਅਦ ਵਿੱਚ 6-7 ਰੁਪਈਏ ਉਹ ਜਿਹੜਾ ਪੰਪ ਵਾਲਾ ਉਹ ਆਪਣਾ ਲੀਟਰ ਮਗਰ ਲੈ ਰਿਹਾ। ਜਿਹੜੀ ਚੀਜ਼ ਸਾਨੂੰ 30-35 ਰੁਪਏ ਦੀ, ਉਹ ਕਾਣਾ ਜਿਹਾ ਬਾਬਾ ਜਿਹੜਾ ਰਾਮਦੇਵ, ਉਹ ਕਹਿੰਦਾ ਸੀ 35 ਰੁਪਈਏ ਪੈਟਰੋਲ ਚਾਹੀਦਾ ਕਿ ਸਾਨੂੰ ਵੋਟਾਂ ਪਾਓ। ਉਹ ਭਾਈ ਜੇ 35 ਰੁਪਈਏ ਤੁਸੀਂ ਪੈਟਰੋਲ ਦਿੰਦੇ ਹੁੰਦੇ ਤਾਂ ਫਿਰ ਸਾਨੂੰ ਐਡੇ ਵੱਡੇ ਸੰਘਰਸ਼ ਤੇ ਇਹਨਾਂ। ਸਰਦਾਰ ਹਰਭਜਨ ਸਿੰਘ ਜੀ, ਜਦੋਂ ਲੀਡਰ ਜੇ ਸਾਡੇ ਕਹਿੰਦੇ ਆ ਕਿ ਅਸੀਂ ਦੇਸ਼ ਦੇ ਸੇਵਾਦਾਰ ਹਾਂ, ਫਿਰ ਇਹ ਤਨਖਾਹ ਤੇ ਪੈਨਸ਼ਨ ਕਿਉਂ ਲੈਂਦੇ ਆ? ਜੇ ਤਨਖਾਹ ਤੇ ਪੈਨਸ਼ਨ ਲੈਂਦੇ ਆ, ਇਹਨਾਂ ਦੀ ਉਮਰ ਤੇ ਇਹਨਾਂ ਦੀ ਕੁਆਲੀਫਿਕੇਸ਼ਨ ਕਿਉਂ ਨਹੀਂ ਤੈਅ ਕੀਤੀ ਜਾਂਦੀ? ਹੋਣਾ ਚਾਹੀਦਾ ਹੈ ਇਹ ਸਾਰਾ ਕੁਝ। ਸੰਗਤ ਨੂੰ ਹੁਣ ਵੋਟਾਂ ਪਾਉਣ ਲੱਗਿਆਂ ਪੁੱਛਣਾ ਚਾਹੀਦਾ ਹੈ ਕਿ ਭਾਈ ਅਗਰ ਤੁਸੀਂ ਤਨਖਾਹ ਲੈਂਦੇ ਹੋ, ਤਨਖਾਹ ਲੈਂਦੇ ਆ ਅਤੇ ਫਿਰ ਤੁਹਾਡੀ ਜਿਹੜੀ ਉਮਰ ਆ ਉਹ ਸਟਾਰਟਿੰਗ ਵਾਲੀ ਔਰ 60 ਸਾਲ ਤੋਂ ਉੱਪਰ ਵਾਲੀ ਉਮਰ ਜਿਹੜੀ ਹੈ ਉਹ ਇਸ ਕਾਬਲ ਨਹੀਂ ਹੈ ਕਿ ਤੁਸੀਂ ਲੀਡਰਸ਼ਿਪ ਕਰ ਸਕੋ, ਸਾਡੇ ਸਮਾਜ ਨੂੰ ਮੋਹਰੇ ਲੱਗ ਕੇ ਚੱਲ ਸਕੋ। ਇਹ ਖਤਮ ਹੋਣਾ ਚਾਹੀਦਾ ਹੈ। ਮੈਂ ਆਪ ਇਸ ਗੱਲ ਦੇ ਵਿੱਚ ਪੂਰਾ ਹਾਮੀ ਭਰਦਾ ਹੈ ਕਿ ਹਰੇਕ ਉਸ ਲੀਡਰ ਦੇ ਕਾਗਜ਼ ਜਮ੍ਹਾਂ ਹੋਣ ਜਿਹੜਾ ਪੜ੍ਹਿਆ, ਘੱਟੋ ਘੱਟ ਮੈਟ੍ਰਿਕ ਕੀਤੀ ਹੋਵੇ ਔਰ ਉਹਦੀ ਉਮਰ ਜਿਹੜੀ ਆ 18 ਸਾਲ ਤੋਂ 60 ਸਾਲ ਦੇ ਵਿੱਚ ਹੋਵੇ। 60 ਸਾਲ ਤੋਂ ਉੱਪਰ ਜਾ ਕੇ ਜਿਹੜੀ ਆ ਉਹ ਇਹਨਾਂ ਦੀ ਉਮਰ ਜਿਹੜੀ ਆ ਉਹ ਇਹਨਾਂ ਨੂੰ ਰਿਟਾਇਰ ਹੋ ਜਾਣਾ ਚਾਹੀਦਾ ਹੈ। ਸੋਚਣ ਵਾਲੀ ਗੱਲ ਵੀਰ ਜੀ ਇਹ ਹੈ ਕਿ ਸਾਡੇ ਪੜ੍ਹੇ ਲਿਖੇ ਜਿਨ੍ਹਾਂ ਨੇ ਡਿਗਰੀਆਂ ਕੀਤੀਆਂ ਹੋਈਆਂ ਬੱਚੇ ਬੱਚੀਆਂ, ਉਹ ਤਾਂ ਡਾਂਗਾ ਖਾਣ ਡੇ। ਯੂਨੀਵਰਸਿਟੀਆਂ ਸਾਡੀਆਂ ਜਿਹੜੀਆਂ ਖਾਲੀ ਪਈਆਂ, ਉਹਨਾਂ ਦੇ ਵਿੱਚ ਜਿਹੜੀਆਂ ਸਾਰੀਆਂ ਹੀ ਸੀਟਾਂ ਪ੍ਰੋਫੈਸਰ ਦੀਆਂ, ਮਾਸਟਰਾਂ ਦੀਆਂ, ਟੀਚਰ ਦੀਆਂ ਖਾਲੀ ਪਈਆਂ, ਔਰ ਮਾਸਟਰ ਟੀਚਰ ਸਾਡੇ ਵਿਚਾਰੇ ਉਹ ਟੈਂਕੀਆਂ ਦੇ ਉੱਤੇ ਬੈਠੇ ਆ ਔਰ ਇਹਨਾਂ ਦੀਆਂ ਡਾਂਗਾ ਖਾਣ ਡੇ ਆ। ਔਰ ਇਹ ਤੁਹਾਡੇ ਸਾਹਮਣੇ ਜਿਹੜਾ ਕੁਛ ਬੀਤਣ ਡਿਆ, ਪਹਿਲਾਂ ਜਿਹੜੀ ਅਕਾਲੀ ਗੌਰਮੈਂਟ ਸੀ ਉਹਦੇ ਟਾਈਮ 'ਤੇ ਵੀ ਡਾਂਗਾ ਖਾਂਦੇ ਸੀ, ਕਾਂਗਰਸ ਦੀ ਗੌਰਮੈਂਟ ਆਈ ਆ ਉਹਦੇ ਟਾਈਮ 'ਤੇ ਵੀ ਡਾਂਗਾ ਖਾਣ ਡਿਆ ਆ। ਗਾਂਹ ਜਿਹੜੇ ਹੋਰ ਕੋਈ ਗੌਰਮੈਂਟ ਆਊਗੀ ਤੇ ਕਰਨਾ ਉਹਨਾਂ ਨੇ ਵੀ ਇਹ ਕੁਛ ਹੀ ਆ। ਇਸ ਲਈ ਸੋਚ ਸਮਝ ਕੇ ਇਹ ਇੱਕ ਸਵਾਲ ਬਣਦਾ ਹੈ ਕਿ ਸਾਨੂੰ ਜਿੰਨੇ ਵੀ ਜਿਹੜਾ ਕੋਈ ਸਾਡੇ ਲੀਡਰ ਖੜਾ ਹੁੰਦਾ ਹੈ ਉਹਦੀ ਕੁਆਲੀਫਿਕੇਸ਼ਨ ਪਤਾ ਕੀਤੀ ਜਾਵੇ। ਔਰ ਇੱਕ ਇਹ ਹੋਣਾ ਚਾਹੀਦਾ ਕਾਨੂੰਨ ਕਿ ਜੇਕਰ ਤੁਸੀਂ ਪੈਨਸ਼ਨ ਵੀ ਲੈਂਦੇ ਹੋ, ਤਨਖਾਹ ਵੀ ਲੈਂਦੇ ਹੋ, ਤਾਂ ਤੁਹਾਡਾ ਜਿਹੜਾ ਉਮਰ ਦਾ ਉਹ ਲਿਹਾਜ਼ ਹੈ, ਜਿਹੜਾ ਉਮਰ ਦੀ ਜਿਹੜੀ ਰੇਸ਼ੋ ਹੈ, ਉਮਰ ਦੀ ਜਿਹੜੀ ਹੱਦ ਹੈ, ਉਹ ਇੱਕ ਮੁਕਰਰ ਹੋਣੀ ਚਾਹੀਦੀ ਹੈ। ਇਹ ਹੋਣੀ ਚਾਹੀਦੀ ਹੈ ਜੀ। ਹਰਭਜਨ ਸਿੰਘ ਜੀ, ਹਾਂਜੀ, ਤੁਸੀਂ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ?
ਦਰਸ਼ਕਾਂ ਸਾਹਮਣੇ ਹੱਥ ਜੋੜ ਕੇ ਇੱਕੋ ਹੀ ਬੇਨਤੀ ਹੈ ਜੀ ਕਿ ਤੁਸੀਂ ਇਹ ਹੁਣ ਦਿਮਾਗ ਦੇ ਵਿੱਚ ਰੱਖਿਓ ਗੱਲ ਵੀ ਕਿਹੜਾ ਲੀਡਰ ਤੁਹਾਡੇ ਕੋਲ ਆ ਕੇ ਇਹ ਕਹਿ ਰਿਹਾ ਕਿ ਮੈਂ ਤੁਹਾਨੂੰ ਯੂਨੀਵਰਸਿਟੀਆਂ ਬਣਾ ਕੇ ਦਿਆਂਗਾ, ਤੁਹਾਡੇ ਬੱਚਿਆਂ ਨੂੰ ਫ੍ਰੀ ਜਿਹੜੀ ਆ ਐਜੂਕੇਸ਼ਨ ਦਿਆਂਗਾ ਔਰ ਤੁਹਾਡੇ ਸਾਰੇ ਪਰਿਵਾਰ ਨੂੰ ਸਿਹਤ ਸੰਬੰਧੀ ਸਹੂਲਤਾਂ ਜਿਹੜੀਆਂ ਉਹ ਵੱਡੇ ਵੱਡੇ ਹਸਪੀਟਲ ਬਣਾ ਕੇ ਦਿਆਂਗਾ। ਜਿਹੜਾ ਲੀਡਰ, ਇੱਕ ਵੀ ਲੀਡਰ ਨਹੀਂ ਵੈਸੇ ਹਜੇ ਤੱਕ ਇਹੋ ਜਿਹਾ ਅਨਾਉਂਸ ਕਰ ਰਿਹਾ ਕੋਈ ਕਿ ਮੈਂ ਤੁਹਾਡੇ ਸ਼ਹਿਰ ਦੇ ਵਿੱਚ ਯੂਨੀਵਰਸਿਟੀ ਬਣਾ ਦਿਆਂਗਾ, ਜਾਂ ਮੈਂ ਤੁਹਾਡੇ ਸ਼ਹਿਰ ਦੇ ਵਿੱਚ ਇੱਕ ਨਵਾਂ ਹਸਪੀਟਲ ਬਣਾ ਦਿਆਂਗਾ, ਜਾਂ ਤੁਹਾਡੇ ਸ਼ਹਿਰ ਦੇ ਵਿੱਚ ਮੈਂ ਇੱਕ ਚੰਗਾ ਸਮਾਜ ਸਿਰਜਣ ਵਾਸਤੇ ਕੋਈ ਪੜ੍ਹਿਆ ਲਿਖਿਆ, ਕੋਈ ਪਾਰਟੀ ਐਸਾ ਨਹੀਂ ਅਨਾਉਂਸ ਕਰ ਰਹੀ ਕਿ ਪੜ੍ਹਿਆ ਲਿਖਿਆ ਅਸੀਂ ਤੁਹਾਨੂੰ ਲੀਡਰ ਦਿਆਂਗੇ। ਅਤੇ ਇਹ ਮੰਗ ਕਰੋ, ਜਦੋਂ ਵੀ ਲੀਡਰ ਤੁਹਾਡੇ ਕੋਲ ਆਉਂਦਾ ਵੋਟ ਮੰਗਣ, ਉਹਦੇ ਕੋਲੋਂ ਪਹਿਲਾਂ ਉਹਦੀ ਕੁਆਲੀਫਿਕੇਸ਼ਨ ਪੁੱਛੋ, ਉਹਨੂੰ ਪੁੱਛੋ ਕਿ ਉਹਨੇ ਸਾਡੇ ਦੇਸ਼ ਵਾਸਤੇ ਕੀ ਕੀਤਾ ਹੈ, ਉਹਦੇ ਖਾਨਦਾਨ ਦੀ ਪਿਛਲੀ ਹਿਸਟਰੀ ਜਿਹੜੀ ਉਹ ਕੀ ਹੈ। ਇਹ ਸਾਰਾ ਕੁਝ ਦੇਖਦੇ ਹੋਏ ਤੁਹਾਨੂੰ ਸੂਝਵਾਨ ਬਣਨਾ ਚਾਹੀਦਾ। ਪੜ੍ਹੇ ਲਿਖੇ ਬੱਚਿਆਂ ਨੂੰ ਜਿਹੜਾ ਵੋਟਾਂ ਦਿਓ, ਆਪਣੇ ਬੱਚੇ ਆਪ ਖੜੇ ਕਰੋ। ਤੁਸੀਂ ਇਹ ਡਰੋ ਨਾ ਕਿ ਇੱਕ ਹੋਊ ਆਇਆ, ਤੁਸੀਂ ਆਪ ਇਸ ਸਿਆਸਤ ਦੇ ਵਿੱਚ ਜਿਹੜੇ ਆ ਐਂਟਰੀ ਕਰੋ। ਜਿੰਨਾ ਚਿਰ ਤੁਸੀਂ ਆਪ ਆਪਣੇ ਬੱਚੇ ਪੜ੍ਹੇ ਲਿਖੇ ਇਹਦੇ ਵਿੱਚ ਐਂਟਰ ਨਹੀਂ ਕਰਦੇ, ਉਹਨਾਂ ਚਿਰ ਇਹ ਲੋਟੂ ਜਿਹੜੇ ਠੱਗ ਇਹ ਟੋਲੇ ਤੁਰੇ ਫਿਰਦੇ ਆ, ਇਹ ਤੁਹਾਨੂੰ ਵੱਡੇ ਵੱਡੇ ਹਥਿਆਰ ਲਾ ਕੇ ਆਪਣੇ ਸੜਕਾਂ ਦੇ ਉੱਤੇ ਪੋਸਟਰ ਲਾ ਕੇ ਦਿਖਾਉਣਾ ਚਾਹੁੰਦੇ ਆ ਕਿ ਅਸੀਂ ਬਹੁਤ ਕੁਝ ਕੀਤਾ। ਹੁਣ ਤਾਂ ਅਸੀਂ ਇਕੱਲੇ ਇਕੱਲੇ ਨੂੰ ਦੇਖ ਲਿਆ, ਜਾਣ ਲਿਆ, ਪਛਾਣ ਲਿਆ। ਹੁਣ ਸਾਨੂੰ ਇਹ ਸਿੱਖ ਜਾਣਾ ਚਾਹੀਦਾ ਹੈ ਕਿ ਅਸੀਂ ਪੰਜਾਬ ਹੀ ਨਹੀਂ, ਸਾਰਾ ਭਾਰਤ ਔਰ ਸਾਰਾ ਸਮਾਜ, ਮੈਂ ਕਿਸੇ ਵੀ ਧਰਮ ਦਾ ਵਿਰੋਧੀ ਨਹੀਂ ਹੈ, ਹਿੰਦੂ, ਸਿੱਖ, ਮੁਸਲਿਮ, ਈਸਾਈ ਸਾਰੇ ਹੀ ਭਾਈ ਇੱਕ ਥਾਂ ਇਕੱਠੇ ਹੋ ਕੇ ਰਹਿਣਾ ਚਾਹੀਦਾ, ਰਵੋ। ਔਰ ਤੁਹਾਨੂੰ ਇਹ ਲੀਡਰ ਇਹੋ ਜਿਹਾ ਨਹੀਂ ਚਾਹੀਦੇ ਕਿ ਜਿਹੜੇ ਕਹਿੰਦੇ ਆ ਕਿ ਚਾਹ ਬਣਾਉਂਦੇ ਆ ਅਤੇ ਅਸੀਂ ਆਹ ਕਰਦੇ ਹਾਂ। ਹੁਣ ਵੀ ਜਿਹੜੇ ਲੀਡਰ ਉਹ ਮੈਂ ਵੀ ਆਹ ਕਰਦਾ ਰਿਹਾ, ਮੈਂ ਵੀ ਉਹ ਕਰਦਾ। ਭਾਈ ਤੂੰ ਕਰਦਾ ਰਿਹਾ ਹੋਵੇਗਾ, ਤੇਰੀਆਂ ਜ਼ਰੂਰਤਾਂ ਸੀ ਉਦੋਂ ਬਚਪਨ 'ਚ ਤੂੰ ਕਰਦਾ ਰਿਹਾ, ਹੁਣ ਕੀ ਕਰਦਾ ਹੈ ਅਸੀਂ ਉਹ ਦੇਖਣਾ। ਮੈਂ ਇੰਨੀਆਂ ਹੀ ਗੱਲਾਂ ਜਿਹੜੀਆਂ ਇਹ ਕਹਿਣੀਆਂ ਚਾਹੁੰਦਾ ਜੀ। ਹਰਭਜਨ ਸਿੰਘ ਜੀ, ਹਾਂਜੀ, ਅਸੀਂ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣੇ ਇੰਨੇ ਕੀਮਤੀ ਸਮੇਂ 'ਚੋਂ ਕੱਢ ਕੇ ਸੰਗਤਾਂ ਦੇ ਰੂਬਰੂ ਹੋਏ ਅਤੇ ਸੰਗਤਾਂ ਨੂੰ ਬਹੁਤ ਵਡਮੁੱਲੀ ਜਾਣਕਾਰੀ ਦਿੱਤੀ। ਬਹੁਤ ਬਹੁਤ ਧੰਨਵਾਦ ਮੀਡੀਆ ਦਾ ਵੀ, ਤੁਸੀਂ ਮੇਰੇ ਕੋਲ ਆਏ ਔਰ ਮੈਨੂੰ ਮੌਕਾ ਦਿੱਤਾ ਸਾਰੀ ਸੰਗਤ ਦੇ ਸਾਹਮਣੇ ਹੋਣ ਦਾ ਔਰ ਆਪਣੇ ਵਿਚਾਰ ਰੱਖਣ ਦਾ। ਔਰ ਮੈਂ ਫਿਰ ਜਾਂਦੇ ਜਾਂਦੇ ਇਹੀ ਅਪੀਲ ਕਰੂੰਗਾ ਕਿ ਬਹੁਤ ਚੰਗਾ ਹੋਵੇ ਜੇ ਅਸੀਂ ਹੁਣ ਬਚਾ ਲਈਏ, ਅਸੀਂ ਪਾਰਟੀ ਦੇ ਨਾ ਹੋ ਕੇ ਪੰਜਾਬ ਦੇ ਉਸ ਭਾਰਤ ਦੇ ਹੋ ਜਾਈਏ। ਇੱਕ ਵਾਰੀ ਭਾਰਤ ਅਤੇ ਪੰਜਾਬ ਦੇ ਹੋ ਕੇ ਦੇਖੋ, ਬੜੇ ਨਜ਼ਾਰੇਦਾਰ ਇੱਕ ਸਮਾਜ ਸਿਰਜ ਦਿਆਂਗੇ। ਜਿੱਦਾਂ ਅਸੀਂ ਏਡੇ ਏਡੇ ਵੱਡੇ ਮੋਰਚੇ ਜਿੱਤ ਲਿਆ, ਇਹ ਵੀ ਜਿੱਤ ਲਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।